श्री नानक अंगद गुरु अमरदास पद बंद रामदास अर्जन गुरु बार श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। वाहिगुरु जी दोहरा बिहस कहो सतगुर तब है पग्गो निकट बुलाए सिखन गृह ते कार गुर ले कीनस एक थाए बेहस कहो सतगुर तब है पग्गो निकट बुलाए। वाहिगुरु जी का खालसा वाहिगुरु जी की फतेह। परम सन्मान जोग चवर छत्र तख्त दे मालक गुरता गदी दे तख्त दे सुभाए मान प्रगट प्रतख हरि दा रूप धन धन सतगुरु श्री गुरु ग्रंथ साहिब महाराज जी दी परम पवित्र हजूरी दे अंदर नौवें पातशाह शहीद सतगुरु धर्म रखियक धन धन श्री गुरु तेग बहादुर साहब महाराज जी दे पवित्र तप अस्थान गुरुद्वारा श्री भोरा साहब जी विखे बंदी छोड़ दिवस दे दिहाड़े ते पिछले पैर दे समय दे सजे हुए दीवाना हाजरियां भर रहे दर्शन दीदारे यात्रावां सेवावां कर रहे गुरु प्यारी खालसा साध संगत जी सतगुरु साहब जी ने अपार बख्शिश कृपालता की है जो पावन अस्थानां दीयां सानू हाजरियां बख्शियां हन। सो आओ सतगुरु साहब सच्चे पातशाह जी की लड़ीवार गुरु इतिहास की कथा विचार विच हाजरी भरीए ਅਤੇ ਇਸ ਤੋਂ ਬਾਅਦ ਨਾਲ ਹੀ ਜੋ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਹੈ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦਖਾਨੇ ਚੋਂ 52 ਰਾਜੇ ਛੁਡਾ ਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਾ ਕੀਤਾ। ਇੱਕ ਤਾਂ ਬੰਦੀ ਛੋੜ ਦਿਹਾੜਾ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ, ਦੂਸਰਾ शहीद बाबा दीप सिंह साहिब श्री मिशल शहीदा तरना दल के पहले जथेदार हरमंदर साहिब जी की बेअदबी करने वाले दुष्टां नूं सोधदियां होइयां हरमंदर साहिब आज़ाद कराउंदे अज दे दिन शहीद होए सन बाबा दीप सिंह साहिब जी का शहीदी दिहाड़ा भी है। ये आपां दोवां दिहाड़ियां दी जो विचार है संखेप रूप दे विच पिछले समय सरवण करांगे पौने 5 बजे के समय दे नाल। आओ उस तो पहला जो चल रही लड़ीवार गुरु इतिहास की कथा है इस दे विच हाजरियां भरीए जो गुरु तेग बहादुर साहब महाराज के जीवन के इतिहास चल रहे हैं। पिछले समय दौरान आप जी ने इथों तक साखी सरवण की है भी 9वें पातशाह कांची तो चल के मिर्जापुर पहुंचे ने इथों दीयां संगतां नूं निहाल कीता।
ਅੱਗੇ ਕਰਮਨਾਸ ਨਦੀ ਆਈ, ਉਹਦੇ ਵਿੱਚ ਇਸ਼ਨਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਕਿਉਂਕਿ ਕਰਮਨਾਸ ਨਦੀ ਦੇ ਬਾਰੇ ਐਸਾ ਸਰਾਪ ਹੋਇਆ, ਐਸਾ ਕੋਈ ਡਰ ਲੋਕਾਂ ਵਿੱਚ ਬੈਠਾ ਸੀ ਵੀ ਜੇ ਕੋਈ ਇਸ ਨਦੀ ਵਿੱਚ ਆਪਣਾ ਪੈਰ ਵੀ ਪਾਣੀ 'ਚ ਪਾਵੇਗਾ ਉਹਦਾ ਕੋਈ ਕੀਤਾ ਚੰਗਾ ਕਰਮ ਨਾਸ ਹੋ ਜਾਵੇਗਾ। ਉਹਨਾਂ ਦੇ ਭਰਮ ਨੂੰ ਕੱਟਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਉਸ ਨਦੀ ਵਿੱਚ ਇਸ਼ਨਾਨ ਕੀਤਾ। ਸਤਿਗੁਰੂ ਸਾਹਿਬ ਨੇ ਬਚਨ ਕਿਹਾ, ਭਾਵੇਂ ਕੋਈ ਪਹਿਲਾਂ ਸਰਾਫੀ ਹੋਈ ਅਪਵਿੱਤਰ ਜਗ੍ਹਾ ਵੀ ਕਿਉਂ ਨਾ ਹੋਵੇ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਪਵਿੱਤਰ ਬਣ ਜਾਂਦੀ ਹੈ। ਇਸ ਕਰਕੇ ਗੁਰ ਸਿੱਖੋ, ਅੱਜ ਤੋਂ ਇਹ ਨਦੀ ਕਰਮ ਨਾਸ ਨਹੀਂ, ਇਹ ਕੁਕਰਮ ਨਾਸ ਕਰਿਆ ਕਰੇਗੀ। ਭਾਵ ਕਿ ਜਿਹੜਾ ਇਹ ਇਸ਼ਨਾਨ ਕਰਕੇ ਨਾਮ ਜਪੂਗਾ ਉਹਦੇ ਮਾੜੇ ਜਿਹੜੇ ਕਰਮ ਹਨ ਉਹ ਨਾਸ ਹੋਇਆ ਕਰਨਗੇ। ਇਸ ਕਰਕੇ ਪਾਣੀ ਦੀ ਜਿਹੜੀ ਹੈ ਵਰਤੋਂ ਕਰੋ, ਨਦੀ ਦਾ ਪਾਣੀ ਅਜਾਈ ਨਾ ਜਾਣ ਦਿਓ। ਉੱਥੇ ਸੰਗਤਾਂ ਨੂੰ ਨਿਹਾਲ ਕਰਕੇ ਫਿਰ ਚਾਚਾ ਫੱਗੋ ਸਿੱਖ ਜੋ ਸੰਸਰਾਮ ਸ਼ਹਿਰ ਵਿੱਚ ਮਹਾਰਾਜ ਨੂੰ ਉਡੀਕ ਰਿਹਾ ਸੀ ਵੀ ਘੋੜੇ ਤੇ ਚੜੇ ਚੜਾਏ ਸਤਿਗੁਰੂ ਮੇਰੇ ਘਰ ਦੇ ਵਿਹੜੇ ਦੇ ਵਿੱਚ ਆਣ ਕਰਕੇ ਦਰਸ਼ਨ ਦੇਣ, ਉਹਨੇ ਉੱਚਾ ਬੂਹਾ ਬਣਾਇਆ ਸੀ ਘਰ ਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਸਤਰ ਸਜਾ ਕੇ ਕਮਰ ਕਸਾ ਗੁਰਾਂ ਕੀਤਾ, ਵੱਡੀ ਸ੍ਰੀ ਸਾਹਿਬ ਗਾਤਰੇ ਪਹਿਨੀ ਹੈ, ਪੱਥਾ ਮੋਢੇ ਤੇ, ਹੱਥ ਵਿੱਚ ਤੀਰ ਕਮਾਨ। ਜਦੋਂ ਨਗਰ ਦੇ ਨੇੜੇ ਪਹੁੰਚੇ, ਬਾਕੀ ਸਿੱਖ ਸੰਗਤਾਂ ਨੂੰ ਨਾਲ ਦੇ ਜਿਹੜੇ ਸੂਰਮੇ ਨੇ ਉਹਨਾਂ ਸਾਰਿਆਂ ਨੂੰ ਕਹਿੰਦੇ ਵੀ ਤੁਸੀਂ ਇੱਦਾਂ ਹੀ ਮੱਠੀ ਮੱਠੀ ਚਾਲੇ ਤੁਰੇ ਆਓ, ਅਸੀਂ ਅੱਗੇ ਜਾ ਕੇ ਕੋਈ ਕਾਰਜ ਕਰਨਾ ਹੈ, ਸਾਡੇ ਨਾਲ ਮਗਰ ਕੋਈ ਨਾ ਆਵੇ। ਇਕੱਲਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਘੋੜੇ ਨੂੰ ਤੇਜ਼ ਕਰਕੇ ਸੰਸਰਾਮਪੁਰ ਦੇ ਵਿੱਚ ਸ਼ਹਿਰ ਦੇ ਵਿੱਚ ਜਿੱਥੇ ਚਾਚੇ ਫੱਗੋ ਸਿੱਖ ਦਾ ਘਰ ਸੀ, ਸਤਿਗੁਰੂ ਘੋੜੇ ਤੇ ਚੜੇ ਚੜਾਇਆ ਸਿੱਖ ਦਾ ਪ੍ਰਾਣ ਪੂਰਾ ਕਰਨ ਦੇ ਲਈ ਉਹਦੇ ਘਰ ਦੇ ਵਿਹੜੇ ਵਿੱਚ ਜਾ ਖਲੋਤੇ। ਵੇਖ ਕਰਕੇ ਮਨੁੱਖ ਘਰ ਦੇ ਵੀ ਰਾਹ ਵਿੱਚੋਂ ਜਾਣ ਵਾਲੇ ਵੀ ਬਹੁਤ ਇੱਕਦਮ ਅਚਰਜ ਹੋਏ ਵੀ ਇਹ ਕੋਈ ਮਨੁੱਖ ਇਉਂ ਲੱਗਦਾ ਵੀ ਜਿਵੇਂ ਕੋਈ ਆਕਾਸ਼ੋਂ ਹੀ ਉਤਰਿਆ ਹੋਵੇ, ਵੀ ਅਚਾਨਕ ਹੀ ਆਏ ਹਨ। ਇਹਨਾਂ ਦਾ ਸਰੂਪ ਵੇਖ ਕੇ ਇਉਂ ਜਾਪਦਾ ਜਿਵੇਂ ਕੋਈ ਦੁਨੀਆ ਦੇ ਚੱਕਰਵਰਤੀ ਪਾਤਸ਼ਾਹ ਹੋਣ। ਚਿਹਰਾ ਦਗਦਗ ਕਰਦਾ ਹੈ, ਸ਼ਸਤਰ ਸਜਾਏ ਹੋਏ ਨੇ, ਨੇਤਰਾਂ 'ਚ ਕਿਰਪਾ ਲੱਗਦੀ ਹੈ, ਬਾਹਾਂ ਲੰਮੀਆਂ ਨੇ, ਸਰੀਰ ਬਲੀ ਹੈ। ਐਵੇਂ ਸੋਹਣਾ ਸਰੂਪ ਵੇਖ ਕੇ ਸਭ ਹੈਰਾਨ ਹੋਏ। ਫੱਗੋ ਸਿੱਖ ਵੀ ਇੰਨੇ ਨੂੰ ਆ ਗਿਆ ਘਰੇ, ਉਹਨੂੰ ਵੀ ਭਰੋਸਾ ਨਾ ਆਵੇ ਵੀ ਇਹ ਗੁਰੂ ਸਾਹਿਬ ਹੀ ਹਨ ਜਾਂ ਕੋਈ ਹੋਰ ਹੈ। ਕਿੰਨਾ ਚਿਰ ਮਹਾਰਾਜ ਸਾਹਿਬ ਦੇ ਚਿਹਰੇ ਵੱਲ ਟਿਕ ਟਿਕੀ ਲਾ ਕੇ ਵੇਖਦਾ ਰਿਹਾ। ਚੌੜਾ ਮੱਥਾ ਹੈ ਤੇ ਚੰਦਰਮਾ ਵਾਂਗ ਪ੍ਰਕਾਸ਼ ਰਿਹਾ ਹੈ ਨਵੇਂ ਪਾਤਸ਼ਾਹ ਦਾ ਚਿਹਰਾ। ਸਤਿਗੁਰਾਂ ਦੇ ਘੋੜੇ ਤੇ ਚੜਿਆਂ ਦੇ ਦਰਸ਼ਨ ਕਰੀ ਗਿਆ, ਪਰ ਪੁੱਛਣ ਦੀ ਹਿੰਮਤ ਨਹੀਂ ਪਈ ਵੀ ਤੁਸੀਂ ਕੌਣ ਹੋ। ਮਹਾਰਾਜ ਜੀ ਇਹਦੀ ਹੈਰਾਨਤਾ ਵੇਖ ਕੇ ਬੋਲੇ ਵੀ ਹੇ ਗੁਰਸਿੱਖ ਫੱਗੋ, ਬੜਾ ਵੱਡਾ ਪ੍ਰਣ ਕਰ ਲਿਆ ਤੂੰ ਵੀ ਸਾਨੂੰ ਇੱਥੇ ਆ ਕੇ ਘੋੜੇ ਦੇ ਸਮੇਤ ਵਿਹੜੇ ਵਿੱਚ ਦਰਸ਼ਨ ਦੇਣ। ਕਹਿੰਦੇ ਵੀ ਤੂੰ ਸੋਚਿਆ ਨਹੀਂ ਵੀ ਆਨੰਦਪੁਰ ਸਾਹਿਬ ਕਿੱਡੀ ਦੂਰ ਹੈ, ਉੱਥੋਂ ਚੱਲ ਕੇ ਅਸੀਂ ਕਿਵੇਂ ਆਵਾਂਗੇ, ਸਾਡਾ ਐਡਾ ਵੱਡਾ ਡੇਰਾ ਕਿਵੇਂ ਆਵੇਗਾ। ਤੂੰ ਨਿਰਣਾ ਨਹੀਂ ਕੀਤਾ, ਪ੍ਰੇਮ ਦੇ ਨਾਲ ਸਾਨੂੰ ਖਿੱਚੀ ਗਿਆ। ਵੇਖ ਲਾ ਗੁਰਸਿੱਖਾ, ਯਾਦ ਕਰਦਾ ਸਾਂ ਤੇਰੇ ਘਰ ਦੇ ਵਿਹੜੇ 'ਚ ਖਲੋਤੇ ਆ, ਅਸੀਂ ਤੇਰਾ ਪ੍ਰਾਣ ਪੂਰਾ ਕਰਤਾ, ਹੁਣ ਜੋ ਤੂੰ ਕਰਿਆ ਚਾਹੇ ਉਹ ਕਰ ਲੈ। ਬਚਨ ਸੁਣ ਕੇ ਨਿਹਾਲ ਹੋ ਗਿਆ, ਨੇਤਰਾਂ 'ਚੋਂ ਮੋਤੀ ਕਿਰਨ ਲੱਗ ਪਏ, ਬਾਣੀ ਗਦ ਹੋ ਗਈ ਸਿੱਖ ਦੀ ਵੀ ਧੰਨੋ ਮਹਾਰਾਜ, ਮੇਰੇ ਵਰਗਾ ਗਰੀਬ ਜਿਹਨੂੰ ਕੋਈ ਪਾਣੀ ਨਾ ਪੁੱਛੇ ਆਪ ਕਿਰਪਾ ਕਰਕੇ ਨਵਾਜੇ ਆਏ। ਸਤਿਗੁਰੂ ਘਰ ਦੇ ਵਿੱਚ ਆ ਕੇ ਦਰਸ਼ਨ ਦਿੱਤੇ ਹਨ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ, ਨਮਸਕਾਰ ਕੀਤੀ, ਘੋੜੇ ਤੋਂ ਹੇਠਾਂ ਉਤਾਰ ਕੇ ਪਲੰਘੇ ਤੇ ਵਿਰਾਜਮਾਨ ਕਰ ਲਿਆ ਸਤਿਗੁਰਾਂ ਨੂੰ। ਮਹਾਰਾਜ ਦੀ ਚਰਨ ਧੂੜੀ ਲਈ ਹੈ, ਸੰਗਤ ਵੀ ਆ ਗਈ ਸ਼ਹਿਰ ਦੀ। ਲੰਗਰ ਪ੍ਰਸ਼ਾਦਾ ਮਹਾਰਾਜ ਦੀ ਤਿਆਰ ਹੋਣ ਲੱਗ ਪਿਆ, ਕੜਾਹ ਪ੍ਰਸ਼ਾਦ ਤੇ ਹੋਰ ਫਲ ਆਏ ਨੇ। ਸਤਿਗੁਰਾਂ ਦੀ ਧੂਫ ਤੁਖਾ ਕਰਕੇ ਸੁਗੰਧੀਆਂ ਸਮੱਗਰੀ ਜਿਵੇਂ ਚੰਦਨ ਆਦਿਕ ਨਾਲ ਜੋ ਖੁਸ਼ਬੂਆਂ ਹਨ ਉਹ ਛਿੜਕ ਕੇ ਫਿਰ ਦੇਸੀ ਘਿਓ ਦੇ ਦੀਵੇ ਬਾਲ ਕੇ ਆਰਤੀ ਕੀਤੀ ਨਵੇਂ ਪਾਤਸ਼ਾਹ ਦੀ ਮਹਿਮਾ ਕਰਕੇ, ਤੇ ਸਤਿਗੁਰੂ ਸਾਹਿਬ ਨਾਲ ਭਜਨ ਬਿਲਾਸ ਕੀਤੇ ਨੇ। ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਵੀ ਇੰਨੇ ਨੂੰ ਪਹੁੰਚ ਗਏ ਘਰ ਦੇ ਵਿੱਚ ਉਸ ਸਿੱਖ ਦੇ। ਬਾਕੀ ਡੇਰਾ ਸ਼ਹਿਰ ਤੋਂ ਬਾਹਰ ਹੈ ਬਾਕੀ ਸਿੱਖਾਂ ਦਾ। ਇੱਥੋਂ ਤੀਕਰ ਕਥਾ ਆਪਾਂ ਕੱਲ ਸਰਵਣ ਕੀਤੀ ਆ।
ਇਹ ਤੋਂ ਅੱਗੇ ਜਿਵੇਂ ਹੁਣ ਨਵੇਂ ਪਾਤਸ਼ਾਹ ਨਿਹਾਲ ਕਰਦੇ ਨੇ ਆਪਣੇ ਪਿਆਰਿਆਂ ਨੂੰ, ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਆਓ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਰੋ ਧਿਆਨ, ਰਸਨਾ ਕਰੋ ਪਵਿੱਤਰ। ਸਾਰੀ ਹੀ ਸੰਗਤ ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਦੋਹਰਾ ਬਿਹਸ ਕਹਿਓ ਸਤਿਗੁਰ ਤਬ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਸਰਾਮ ਨਗਰ ਦੇ ਵਿੱਚ ਚਾਚਾ ਕਹਿੰਦੇ ਨੇ ਜਿਸ ਨੂੰ ਉਮਰ ਵੱਡੀ ਹੋਣ ਕਰਕੇ, ਤੇ ਫੱਗੋ ਸਿੱਖ ਜਿਸ ਦਾ ਨਾਮ ਹੈ, ਉਹਦੇ ਘਰ ਦੇ ਵਿਹੜੇ ਦੇ ਵਿੱਚ ਪਲੰਘੇ ਤੇ ਸਤਿਗੁਰੂ ਬਿਰਾਜਮਾਨ ਨੇ। ਤੇ ਸੰਗਤਾਂ ਦਰਸ਼ਨ ਕਰਦੀਆਂ ਤੇ ਗਰੀਬ ਨਵਾਜ਼ ਸਤਿਗੁਰਾਂ ਨੇ ਆਪਣੇ ਸਿੱਖਾਂ ਦੀ ਮਹਿਮਾ ਪ੍ਰਗਟ ਕਰਨ ਦੇ ਵਾਸਤੇ ਇੱਕ ਹੱਸਦਿਆਂ ਹੋਇਆਂ ਉਸ ਵੇਲੇ ਬਚਨ ਕੀਤਾ। ਫੱਗੋ ਨਿਕਟ ਬੁਲਾਏ। ਭਾਈ ਫੱਗੋ ਨੂੰ ਆਪਣੇ ਪਾਸ ਮਹਾਰਾਜ ਨੇ ਬੁਲਾਇਆ ਵੀ ਗੁਰਸਿੱਖਾ ਆ ਸਾਡੇ ਨੇੜੇ ਹੋ। ਸਿੱਖ ਨੰਗਰੇ ਤੇ ਕਾਰ ਗੁਰ। ਮਹਾਰਾਜ ਸਾਹਿਬ ਕਹਿੰਦੇ ਵੀ ਜੋ ਤੂੰ ਸਾਡੇ ਸਿੱਖਾਂ ਦੇ ਘਰ ਵਿੱਚੋਂ ਦਸਵੰਧ ਦੀ ਰਕਮ ਕੋਈ ਕਾਰ ਭੇਟਾ ਇਕੱਠੀ ਕਰਦਾ, ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੀ ਕਾਰ ਭੇਟਾ ਇਕੱਠੀ ਕਰਨ ਦੀ ਸੇਵਾ ਇਹ ਫੱਗੋ ਸਿੱਖ ਕਰਦਾ ਹੈ। ਇਸ ਇਲਾਕੇ ਦੀ ਸੰਗਤ ਦੀ ਮਾਇਆ ਤੇ ਹੋਰ ਰਸਤਾ ਗੁਰੂ ਘਰ ਵਿੱਚ ਪਹੁੰਚਾਉਂਦਾ। ਤੇ ਪਾਤਸ਼ਾਹ ਜੀ ਆਪਣੇ ਸਿੱਖ ਦੀ ਵਡਿਆਈ ਪ੍ਰਗਟ ਕਰਨ ਲਈ ਕਹਿਣ ਲੱਗੇ, ਗੁਰਸਿੱਖ ਇਹ ਫੱਗੋ, ਜੋ ਤੂੰ ਸਾਡੇ ਸਿੱਖਾਂ ਦੇ ਘਰ ਦੇ ਵਿੱਚੋਂ ਦਸਵੰਧ ਦੀ ਮਾਇਆ ਇਕੱਠੀ ਕੀਤੀ ਹੈ, ਲੇਕਿਨ ਇੱਕ ਥਾਏ ਲੈ ਕੇ ਸਾਰਿਆਂ ਕੋ ਇੱਕ ਥਾਂ ਤੇ ਜੋ ਇਕੱਤਰ ਕੀਤਾ ਹੈ ਦਸਵੰਧ, ਚੌਪਈ ਸੋ ਅਬ ਅਰਪਣ ਕੀਜਹਿ ਆਨ। ਨਾਵੇਂ ਪਾਤਸ਼ਾਹ ਮੁਸਕਰਾਉਂਦਿਆਂ ਹੋਇਆ ਕਹਿਣ ਲੱਗੇ ਵੀ ਜਾ ਲੈ ਕੇ ਆ, ਹੁਣ ਜੋ ਤੂੰ ਜਮਾ ਕੀਤਾ ਉਹ ਸਾਨੂੰ ਹਾਜ਼ਰ ਕਰ ਦੇ। ਹਮ ਚਾਹਤ ਅੱਗੇ ਪ੍ਰਸਥਾਨ। ਅਸੀਂ ਹੁਣ ਇੱਥੇ ਬਹੁਤਾ ਸਮਾਂ ਨਹੀਂ ਠਹਿਰਨਾ, ਇੱਥੋਂ ਅੱਗੇ ਪੂਰਬ ਵੱਲ ਨੂੰ ਅਸੀਂ ਪ੍ਰਸਥਾਨ ਚਾਲਾ ਪਾਉਣਾ ਚਾਹੁੰਦੇ ਹਾਂ, ਪ੍ਰਸਥਾਨ ਕਰਨਾ ਚਾਹੁੰਦੇ ਹਾਂ। ਹਾਥ ਜੋੜ ਤਿਨ ਸਕਲ ਸੁਣਾਈ। ਤੇ ਜਦੋਂ ਗਰੀਬ ਨਵਾਜ਼ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਦਸਵੰਧ ਸਾਡਾ ਹਾਜ਼ਰ ਕਰ ਜੋ ਸੰਗਤ ਕੋ ਤੂੰ ਗਰਾਇਆ ਹੈ, ਤਾਂ ਹੱਥ ਜੋੜ ਕੇ ਸਾਰੀ ਹੀ ਗੱਲ ਚਾਚੇ ਫੱਗੋ ਸਿੱਖ ਨੇ ਦੱਸੀ ਸਤਿਗੁਰਾਂ ਨੂੰ। ਕਹਿਓ ਜੋ ਮੈਂ ਆਗੇ ਇੱਕ ਥਾਈ। ਕਹਿਣ ਲੱਗਾ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਜੋ ਵੀ ਮੈਂ ਸਿੱਖਾਂ ਦੇ ਘਰਾਂ ਚੋਂ ਮਾਇਆ ਲਿਆ ਕੇ ਇੱਕ ਥਾਂ ਤੇ ਇਕੱਠੀ ਕਰਦਾ ਸੀ ਦਸਵੰਧ ਦੀ, ਸੋ ਗਿਣ ਗਿਣ ਪੈਸੇ ਲੱਗ ਸਾਰੇ। ਸੋ ਗਿਣ ਗਿਣ ਪੈਸੇ ਲੱਗ ਸਾਰੇ। ਮਹਾਰਾਜ ਪੈਸੇ ਪੈਸੇ ਤਿੱਕਰ, ਕੌਡੀ ਕੌਡੀ ਤਿੱਕਰ ਜੋ ਵੀ ਸੰਗਤ ਮੈਨੂੰ ਆਪ ਜੀ ਦੇ ਲਈ ਭੇਜਦੀ ਦਸਵੰਧ ਦਾ ਹਿੱਸਾ, ਜਿਨ੍ਹਾਂ ਦੀ ਘਰੋਂ ਮੈਂ ਗੁਰਾ ਕੇ ਲਿਆਉਂਦਾ, ਕੌਡੀ ਕੌਡੀ ਤੀਕਰ ਹਿਸਾਬ ਕਰਕੇ। ਹੁੰਡੀ ਕੋ ਕਰਾਏ ਬਹੁ ਬਾਰੇ। ਬਹੁਤ ਵਾਰ ਮਹਾਰਾਜ ਮੈਂ ਹੁੰਡੀ ਕਰਾ ਕੇ ਉਹ ਆਪ ਜੀ ਦੇ ਦਰ ਤੇ ਭੇਜ ਦਿੱਤੀ। ਰਹਿਓ ਹਜੂਰ ਪਚਾਵਤ ਸੋਈ। ਤੇ ਪਾਤਸ਼ਾਹ ਜੋ ਮਾਇਆ ਪਹਿਲਾਂ ਦਸਵੰਧ ਦੀ ਹੁੰਦੀ, ਹੁੰਡੀ ਦੇ ਰਾਹੀਂ ਤੁਹਾਡੇ ਮਹਾਰਾਜ ਉੱਥੇ ਪਹੁੰਚਾਉਂਦਾ ਰਿਹਾ। ਹੁੰਡੀ ਸਾਧ ਸੰਗਤ ਸਮਝਣ ਲਈ ਸੌਖਾ ਜਿਹਾ ਇਹ ਹੈ ਵੀ ਜਿਵੇਂ ਅੱਜ ਕੱਲ੍ਹ ਦੂਸਰੇ ਦੇਸ਼ ਚੋਂ ਪੈਸੇ ਭੇਜਣ ਦੇ ਲਈ ਵੈਸਟਰਨ ਯੂਨੀਅਨ ਆਦਿਕ ਉੱਥੇ ਪੈਸੇ ਜਮ੍ਹਾਂ ਕਰਾ ਦਿੰਦੇ ਨੇ, ਬਾਹਰਲੇ ਦੇਸ਼ ਵਿੱਚ ਨੰਬਰ ਜਿਹਾ ਦਿੰਦੇ ਨੇ ਤੇ ਉਹ ਨੰਬਰ ਵਿਖਾ ਕੇ ਦੂਸਰੇ ਦੇਸ਼ ਵਿੱਚ ਉਹਦੇ ਦੂਸਰੇ ਥਾਂ ਤੋਂ ਪੈਸੇ ਕਢਾ ਲਈਦੇ ਨੇ। ਇਵੇਂ ਹੀ ਜਾਂ ਕਹਿ ਲਓ ਵੀ ਜਿਵੇਂ ਕਿਸੇ ਨੂੰ ਚੈੱਕ ਤੇ ਲਿਖ ਦਈਏ, ਇੱਕ ਥਾਂ ਤੋਂ ਲਿਖ ਕੇ ਦਿੱਤੇ ਤੇ ਦੂਸਰੇ ਥਾਂ ਤੇ ਜਾ ਕੇ ਉਹਨੂੰ ਵੇਖ ਕੇ ਉਹਨੀ ਰਕਮ ਮਿਲ ਜਾਂਦੀ। ਇਵੇਂ ਪੁਰਾਣੇ ਸਮੇਂ 'ਚ ਹੁੰਡੀ ਦਾ ਕਾਗਜ਼ ਕਰਦੇ ਸਨ। ਇੱਕ ਸ਼ਾਹੂਕਾਰ ਜਿਹੜਾ ਸੀ ਉਹਨੂੰ ਪੈਸੇ ਜਮ੍ਹਾਂ ਕਰਾ ਦੇਣੇ, ਉਹਨੇ ਇਲਾਕੇ ਦੇ ਸ਼ਾਹੂਕਾਰ ਨੇ ਕਾਗਜ਼ ਬਣਾ ਦੇਣਾ, ਹੁੰਡੀ ਤਿਆਰ ਕਰ ਦੇਣੀ, ਆਪਣੇ ਦਸਤਖਤ ਕਰ ਦੇਣੇ, ਇੱਕ ਨਿਸ਼ਾਨੀ ਹੁੰਦੀ ਸੀ ਸ਼ਾਹੂਕਾਰਾਂ ਦੀ, ਉਹ ਉੱਤੇ ਲਾ ਦੇਣੀ। ਫਿਰ ਉਹ ਸ਼ਾਹੂਕਾਰ ਦੇ ਕੋਲੋਂ ਲੈ ਕੇ ਕਾਗਜ਼ ਜਿੱਥੇ ਅੱਗੇ ਪੈਸੇ ਲੈਣੇ ਹੁੰਦੇ ਉੱਥੇ ਜਾ ਕੇ ਕੋਈ ਸੇਠ ਸ਼ਾਹੂਕਾਰ ਜਿਹੜਾ ਨੀਅਤ ਕੀਤਾ ਉਹਦੇ ਕੋਲ ਕਾਗਜ਼ ਵਿਖਾ ਕੇ ਮਾਇਆ ਲੈ ਲੈਂਦੇ ਸਨ। ਸੋ ਇਸ ਪ੍ਰਕਾਰ ਹੁੰਡੀ ਕਰਦੇ ਹੁੰਦੇ ਸੀ। ਉਹ ਬਾਅਦ ਵਿੱਚ ਸ਼ਾਹੂਕਾਰ ਜਿਹੜੇ ਦੂਜੇ ਦੇਸ਼ਾਂ ਦੇ ਦੂਜੇ ਸ਼ਹਿਰਾਂ ਦੇ ਆਪਣੀਆਂ ਵਹੀਆਂ ਮਿਲਾ ਕੇ ਹਿਸਾਬ ਕਿਤਾਬ ਕਰ ਲੈਂਦੇ, ਆਪਣਾ ਮੁਨਾਫਾ ਕੱਢ ਲੈਂਦੇ ਸਨ। ਸੋ ਇਸ ਤਰ੍ਹਾਂ ਹੁੰਡੀ ਕਰਕੇ ਮਾਇਆ ਇੱਕ ਥਾਂ ਤੋਂ ਦੂਜੇ ਥਾਂ ਤੇ ਭੇਜਦੇ ਸਨ ਕਾਗਜ਼ ਤੇ ਲਿਖ ਕੇ। ਤੇ ਉਹੀ ਸਿੱਖ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਪਹਿਲਾਂ ਜਿੰਨੀ ਵੀ ਮਾਇਆ ਮੇਰੇ ਕੋਲ ਆਈ ਹੈ ਉਹ ਮੈਂ ਸਾਰੀ ਹੁੰਡੀ ਬਣਾ ਕੇ ਕਿਸੇ ਦੇ ਰਾਹੀਂ ਤੇ ਤੁਹਾਡੇ ਕੋਲ ਆਨੰਦਪੁਰ ਸਾਹਿਬ
ਜਾਂ ਕੀਰਤਪੁਰ ਸਾਹਿਬ ਪਹਿਲੇ ਸਤਿਗੁਰਾਂ ਕੋ ਭੇਜਦਾ ਰਿਹਾ ਹਾਂ। ਰਹਿਓ ਹਜੂਰ ਪਚਾਵਤ ਸੋਈ। ਆ ਸਾਰਾ ਕੁਝ ਮਹਾਰਾਜ ਆਪ ਜੀ ਦੇ ਕੋਲ ਭੇਜਿਆ ਹੈ। ਜਿਹੜਾ ਮਨੁੱਖ ਹੁੰਡੀ ਲੈ ਕੇ ਜਾਂਦਾ ਫਿਰ ਉੱਥੋਂ ਪੈਸੇ ਕਢਾ ਕੇ ਤੇ ਆਪ ਜੀ ਨੂੰ ਅਰਪਣ ਕਰ ਦਿੰਦਾ ਰਿਹਾ ਦਸਵੰਧ ਦੀ ਰਕਮ। ਸ਼ਾਨੀ ਨਹੀਂ ਆਪ ਤੇ ਕੋਈ। ਬਾਦਸ਼ਾਹ ਬਾਕੀ ਤੁਹਾਡੇ ਕੋਲ ਕੁਝ ਛੁਪਿਆ ਹੈ ਜੋ ਅਸੀਂ ਕਰਦੇ ਹਾਂ, ਜੋ ਕੁਝ ਸਾਡੇ ਕੋਲ ਆਉਂਦਾ ਜਾਂਦਾ ਸਭ ਤੁਹਾਡੇ ਸਾਹਮਣੇ ਪ੍ਰਤੱਖ ਹੀ ਹੈ। ਕੋਈ ਗੱਲ ਤੁਹਾਡੇ ਕੋਲ ਛੁਪੀ ਹੋਈ ਗੁਪਤ ਨਹੀਂ ਹੈ। ਆਪ ਬਾਕੀ ਜੇ ਤੱਕ ਧਨ ਕੀਨਾ। ਤੇ ਹੁਣ ਇਸ ਵੇਲੇ ਮਹਾਰਾਜ ਜਿੰਨਾ ਕੁ ਧਨ ਮੈਂ ਥੋੜੇ ਸਮੇਂ ਦਾ ਗਰਾਇਆ ਹੈ ਦਸਵੰਧ ਦਾ, ਜਿੰਨੇ ਕੁ ਪੈਸੇ ਜਿੰਨੀ ਕੁ ਹੋਰ ਕੋਈ ਦਸਵੰਧ ਦੀ ਵਸਤੂ ਮੇਰੇ ਕੋਲ ਹੈ, ਸੋ ਸਭ ਚਾਹੂੰ ਆਪ ਕੋ ਦੀਨਾ। ਉਹ ਸਾਰਾ ਹੁਣ ਤੁਹਾਡੇ ਹਾਜ਼ਰ ਕਰ ਦਿਨਾ। ਤੁਹਾਡੇ ਚਰਨਾਂ 'ਚ ਮੈਂ ਭੇਟਾ ਕਰਨਾ ਚਾਹੁੰਦਾ ਜੋ ਸਿੱਖਾਂ ਨੇ ਆਪਣੀ ਕਮਾਈ ਚੋਂ ਪੈਸੇ ਦਿੱਤੇ ਨੇ। ਐਮ ਕਹਿ ਦਇਓ ਦਰਬ ਕੋ ਆਨ। ਇਸ ਤਰ੍ਹਾਂ ਕਹਿ ਕੇ ਜੋ ਸਾਧ ਸੰਗਤ ਕੋ ਮਾਇਆ ਨੇ ਗਰਾਈ ਕੀਤੀ ਸੀ ਦਸਵੰਧ ਦੀ 10ਵੇਂ ਹਿੱਸੇ ਦੀ ਕਮਾਈ ਵਿੱਚੋਂ ਉਹ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਅਰਪਣ ਕਰ ਦਿੱਤੀ। ਜੋ ਸਿੱਖਨ ਤੇ ਲੀਨ ਮਹਾਨ। ਜੋ ਸਿੱਖਾਂ ਕੋ ਲੈ ਕੇ ਬਹੁਤਾ ਮਹਾਨ ਇਸ ਨੇ ਪੈਸੇ ਜੋੜਨਾ ਕੀਤੇ ਸਨ। ਇੱਕ ਸਤਿਗੁਰ ਨੇ ਤਿਹ ਸੋ ਕਹਿਓ। ਜਦੋਂ ਇਸ ਸਿੱਖ ਨੇ ਸਾਰੀ ਮਾਇਆ ਫਗੋ ਸਿੱਖ ਨੇ ਰੱਖ ਦਿੱਤੀ ਨਾ ਜੋ ਗਰਾਈ ਕੀਤੀ ਸੀ ਤਾਂ ਵੇਖ ਕਰਕੇ ਮਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਪਰ ਲਿਆਓ ਜੋ ਬਾਕੀ ਰਹਿਓ। ਮਹਾਰਾਜ ਕਹਿੰਦੇ ਵੀ ਇਹ ਹੋਰ ਵੀ ਜੋ ਕੁਝ ਬਾਕੀ ਦੇਣ ਵਾਲੀ ਸਾਡੀ ਕੋਈ ਰਹਿੰਦੀ ਹੈ ਵਸਤੂ ਉਹ ਵੀ ਲੈ ਕੇ ਆਉਣਾ ਕਰ। ਹਮਰੇ ਹਿਤ ਜੋ ਕਿਸ ਦੀਨਾ। ਸਿੱਖਾ ਸਾਡੇ ਵਾਸਤੇ ਜਿਸ ਸੰਗਤ ਨੇ ਜਿਸ ਸਿੱਖ ਨੇ ਜੋ ਕੁਝ ਵੀ ਦਿੱਤਾ ਹੈ ਨਾ ਹੁਣ ਤੂੰ ਲੁਕਾ ਨਾ, ਉਹ ਸਾਰਾ ਕੁਝ ਹੀ ਸਾਡੇ ਹਾਜ਼ਰ ਕਰਨਾ ਕਰ। ਦੇਹੋ ਜੋ ਤੋਬ ਕਰ ਲੀਨਾ। ਜੋ ਤੂੰ ਆਪਣੇ ਹੱਥਾਂ ਦੇ ਨਾਲ ਸਿੱਖਾਂ ਦੇ ਘਰਾਂ ਵਿੱਚੋਂ ਜੋ ਵੀ ਕੁਝ ਲਿਆ ਹੈ, ਜਿੰਨੇ ਵੀ ਸਾਡੇ ਦਸਵੰਧ ਦੀ ਭੇਟਾ ਕਹਿ ਕੇ ਤੈਨੂੰ ਜੋ ਵੀ ਦਿੱਤਾ ਹੈ ਉਹ ਸਾਡੇ ਹੱਥ ਤੇ ਇੱਥੇ ਰੱਖਣ, ਸਾਡੇ ਸਾਹਮਣੇ ਹਾਜ਼ਰ ਕਰ। ਸੁਨ ਫੱਗੋ ਮਨ ਮਹਿ ਬਿਸਮਾਨਿਆ। ਜਦੋਂ ਮਹਾਰਾਜ ਨੇ ਏਦਾਂ ਬਚਨ ਕਿਹਾ ਨਾ ਵੀ ਜੋ ਹੋਰ ਕਿਸੇ ਕੋ ਕੁਝ ਲਿਆ ਉਹ ਵੀ ਲੈ ਕੇ ਹਾਜ਼ਰ ਕਰ, ਤਾਂ ਮਹਾਰਾਜ ਦਾ ਬਚਨ ਸੁਣ ਕੇ ਚਾਚਾ ਫੱਗੂ ਸਿੱਖ ਬੜਾ ਹੀ ਹੈਰਾਨ ਹੋਇਆ। ਇਹ ਕਿਆ ਸਤਿਗੁਰ ਬਾਕ ਬਖਾਨਿਓ। ਕਹਿਣ ਲੱਗਾ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਬਚਨ ਕੀਤਾ ਹੈ ਵੀ ਹੋਰ ਵੀ ਜੋ ਕੁਝ ਦੇਣ ਵਾਲਾ ਰਹਿੰਦਾ ਸਾਡਾ ਲੈ ਕੇ ਆ। ਮੋਟ ਇਕ ਤਉ ਅਬ ਕੁਛ ਨਹਿ ਰਹਿਓ। ਕਿਉਂਕਿ ਮੇਰੇ ਕੋਲ ਤਾਂ ਹੁਣ ਕੁਝ ਨਹੀਂ ਰਿਹਾ। ਜਿੰਨੇ ਕੁ ਮੈਂ ਮਾਇਆ ਜਿੰਨੇ ਕੁ ਪੈਸੇ ਗਰਾਏ ਸਨ ਸੰਗਤ ਕੋ ਉਹ ਸਾਰੇ ਹੀ ਸਤਿਗੁਰਾਂ ਨੂੰ ਅਰਪਣ ਕਰ ਦਿੱਤੇ ਨੇ। ਫਿਰ ਗੁਰੂ ਸਾਹਿਬ ਮੇਰੇ ਕੋ ਕੀ ਮੰਗ ਰਹੇ ਹਨ? ਇਹ ਕਿਮ ਜਾਚਹਿ ਕਿਆ ਉਰ ਲਹਿਓ। ਕਹਿੰਦੇ ਵੀ ਇਹ ਕੀ ਗੁਰੂ ਸਾਹਿਬ ਦੇ ਮਨ ਵਿੱਚ ਆਇਆ ਵੀ ਕੀ ਮਹਾਰਾਜ ਮੇਰੇ ਕੋ ਮੰਗ ਰਹੇ ਨੇ। ਉਹ ਫੱਗੋ ਸਿੱਖ ਹੈਰਾਨ ਹੋ ਗਿਆ। ਸਤਿਗੁਰੂ ਨੂੰ ਮਾਇਆ ਦੀ ਤਾਂ ਲੋੜ ਹੀ ਨਹੀਂ ਸੀ, ਖੇਡ ਤਾਂ ਕੋਈ ਹੋਰ ਵਰਤਣੀ ਹੈ। ਅੱਗੇ ਜਾ ਕੇ ਉਹ ਸਾਰੀ ਗੱਲ ਖੁੱਲ ਜਾਣੀ ਵੀ ਸਾਹਿਬ ਕਹਿੰਦੇ ਵੀ ਇਹ ਮਾਇਆ ਨਹੀਂ, ਜੋ ਵੀ ਸੰਗਤ ਕੋ ਤੂੰ ਲੈ ਕੇ ਆਇਆ ਘਰਾਂ ਦੇ ਵਿੱਚੋਂ ਆਪਣੇ ਹੱਥੀਂ ਉਹ ਸਾਰਾ ਕੁਝ ਸਾਨੂੰ ਹਾਜ਼ਰ ਕਰ। ਉਹ ਹੈਰਾਨ ਹੋ ਗਿਆ ਵੀ ਮਹਾਰਾਜ ਕੀ ਸੋਚ ਕੇ ਕਹਿ ਰਹੇ ਨੇ, ਕਿਉਂਕਿ ਮੈਂ ਤਾਂ ਸਭ ਕੁਝ ਹਾਜ਼ਰ ਕਰਤਾ। ਪਰ ਫੇਰ ਸਿੱਖ ਸੋਚਣ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਝੂਠਾ ਬਚਨ ਵੀ ਨਹੀਂ ਕਰਦੇ। ਸਤਿਗੁਰੂ ਸਾਹਿਬ ਤਾਂ ਹੈ ਵੀ ਸੱਚਾ ਬਚਨ ਕਰਨ ਵਾਲੇ। ਤੇ ਜੇ ਗੁਰੂ ਸਾਹਿਬ ਨੇ ਏਦਾਂ ਕਿਹਾ ਹੈ ਵੀ ਸਿੱਖਾ ਹੋਰ ਵੀ ਜੇ ਕੋਈ ਭੇਟਾ ਹੈ ਤਾਂ ਉਹ ਵੀ ਸਾਨੂੰ ਹਾਜ਼ਰ ਕਰ, ਇਹਦੇ ਵਿੱਚ ਕੋਈ ਰਮਜ ਹੋਵੇਗੀ। ਮੁਝ ਟਿਕ ਰਹਿਓ ਨਾ ਸਤ ਪੀ ਜਾਉ ਹੂੰ। ਤੇ ਇਹ ਕਹਿੰਦਾ ਵੀ ਇਹ ਵੀ ਗੱਲ ਸੱਚ ਹੈ ਵੀ ਮੇਰੇ ਕੋਲ ਵੀ ਕੋਈ ਗੁਰੂ ਸਾਹਿਬ ਦਾ ਦੇਣ ਵਾਲਾ ਪੈਸਾ ਨਹੀਂ ਰਹਿ ਗਿਆ। ਇਹ ਵੀ ਗੱਲ ਸੱਚੀ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਝੂਠ ਨਹੀਂ ਬੋਲਦੇ। ਹੁਣ ਬੜਾ ਹੈਰਾਨ ਹੋਇਆ ਚਾਚਾ ਫੱਗੋ ਸਿੱਖ, ਕਹਿੰਦਾ ਮੈਂ ਸਭ ਕੁਝ ਦੇ ਦਿੱਤਾ ਹੈ, ਮੈਨੂੰ ਚੰਗੀ ਤਰ੍ਹਾਂ ਚੇਤਾ ਹੈ ਗੁਰੂ ਸਾਹਿਬ ਜੀ ਮੰਗ ਰਹੇ ਨੇ, ਗੁਰੂ ਸਾਹਿਬ ਵੀ ਝੂਠ ਨਹੀਂ ਬੋਲ ਰਹੇ ਹੋਣਗੇ। ਚਿਤ ਚਿਤਵਤ ਬਿਤਵਤ ਤਿਸ ਕਾਲ। ਉਸ ਵੇਲੇ ਚਿੱਤ ਵਿੱਚ ਬਹੁਤ ਹੀ ਸੋਚਣ ਲੱਗ ਪਿਆ। ਚੇਤਾ ਕਰਦਾ ਦਿਮਾਗ ਤੇ ਭਾਰ ਪਾ ਕੇ ਵੀ ਮਨਾ ਕੋਈ ਮਹਾਰਾਜ ਦਾ ਦਸਵੰਧ ਕਿਤੇ ਰੱਖਿਆ ਕਿ ਨਹੀਂ ਹੈ ਜਿਹੜਾ ਸਤਿਗੁਰੂ ਸਾਹਿਬ ਤੇਰੇ ਤੋਂ ਮੰਗ ਰਹੇ ਆ। ਚਿੰਤਾ ਵਿੱਚ ਸੋਚ ਰਿਹਾ ਹੈ। ਇੱਕ ਸਿਕਨੀ ਗਤ ਕੀਨ ਸੰਭਾਲ। ਉਸ ਵੇਲੇ ਫਿਰ ਸੋਚਦਿਆਂ ਇੱਕਦਮ ਇਹਨੂੰ ਚੇਤਾ ਆਇਆ ਤੇ ਇੱਕ ਗਰੀਬ ਸਿੱਖਣੀ ਨੇ ਜਿਵੇਂ ਇਹਦੇ ਨਾਲ ਕੀਤੀ ਸੀ ਘਰੇ ਗਰਾਈ ਕਰਨ ਗਏ ਨੂੰ, ਉਹ ਇਹਨੂੰ ਸਾਰਾ ਪ੍ਰਸੰਗ ਚੇਤੇ ਆ ਗਿਆ। ਸੁਨੋ ਪ੍ਰਭੂ ਜੋ ਮੈਂ ਨਹਿ ਦੀਨਾ। ਕਹਿਣ ਲੱਗਾ ਵੀ ਇਹ ਸੱਚੇ ਪਾਤਸ਼ਾਹ ਹੁਣ ਮੈਨੂੰ ਚੇਤਾ ਆਇਆ
ਕਹਿੰਦੇ ਉਦਾਂ ਦਾ ਮੈਂ ਸਾਰਾ ਕੁਝ ਤੁਹਾਨੂੰ ਦੇਤਾ, ਪਰ ਜਿਹੜੀ ਚੀਜ਼ ਮੈਂ ਤੁਹਾਨੂੰ ਨਹੀਂ ਨਾ ਦਿੱਤੀ, ਭੇਟਾ ਨਹੀਂ ਕੀਤੀ, ਉਹਦੇ ਬਾਰੇ ਸੁਣੋ। ਆਪ ਸਿਮਰ ਚਾਹੋ ਜਿਸ ਲੀਨਾ, ਆਪ ਸਿਮਰ ਚਾਹੋ ਜਿਸ ਲੀਨਾ, ਜਿਹਨੂੰ ਮਹਾਰਾਜ ਜੀ ਤੁਸੀਂ ਆਪ ਚੇਤਾ ਕਰਵਾ ਕੇ ਮੇਰੇ ਤਾਈਂ, ਤੇ ਉਹ ਜੋ ਵਸਤੂ, ਉਹ ਜੋ ਮੈਨੂੰ ਸਿੱਖਣ ਦੀ ਘਰ ਵਾਲੀ ਨੇ ਭੇਟਾ ਕੀਤੀ, ਜੋ ਤੁਸੀਂ ਲੈਣਾ ਚਾਹੁੰਦੇ ਹੋ। ਇੱਕ ਦਿਨ ਇੱਕ ਸਿੱਖ ਕੇ ਘਰ ਗਇਓ। ਉਹ ਮਹਾਰਾਜ ਤੁਹਾਨੂੰ ਮੈਂ ਦੱਸਦਾ ਵੀ ਇੱਕ ਦਿਨ ਇਉਂ ਹੀ ਹੋਇਆ ਵੀ ਮੈਂ ਦਸਵੰਧ ਇਕੱਠਾ ਕਰਦਾ ਕਰਦਾ ਇੱਕ ਸਿੱਖ ਦੇ ਘਰ ਵਿੱਚ ਚਲਾ ਗਿਆ। ਤਹਾਂ ਨਾ ਸਿੱਖ ਕੋ ਦੇਖਤ ਭਇਓ, ਜਦੋਂ ਗਿਆ ਤੇ ਤਹਾਂ ਨਾ ਸਿੱਖ ਕੋ ਦੇਖਤ ਭਇਓ, ਉੱਥੇ ਜਾ ਕੇ ਵੇਖਿਆ ਵੀ ਜਿਹਦੇ ਸਿੱਖ ਦੇ ਘਰੋਂ ਦਸਵੰਧ ਲੈਣਾ ਸੀ ਮਹਾਰਾਜ, ਉਹ ਤਾਂ ਘਰੇ ਆਪ ਹੈ ਨਹੀਂ ਸੀ। ਸਿੱਖਣੀ ਹੋਤੀ ਤਿਸੀ ਸੰਗ ਭਾਖੀ, ਉਹਦੇ ਘਰੋਂ ਬੀਬੀ ਜਿਹੜੀ ਸਿੱਖਣੀ ਸੀ ਉਹ ਸੀ, ਤੇ ਮਹਾਰਾਜ ਮੈਂ ਉਹਨੂੰ ਹੀ ਕਹਿ ਦਿੱਤਾ ਉਸ ਵੇਲੇ, ਇਹੋ ਗੁਰ ਕਾਰਜੋ ਹੈ ਘਰ ਰਾਖੀ। ਕਿ ਬੀਬੀ ਜੀ, ਭੈਣ ਜੀ, ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਸਤੇ ਤੁਸੀਂ ਕੋਈ ਕਾਰ ਭੇਟਾ, ਕੋਈ ਦਸਵੰਧ ਰੱਖਿਆ ਏ, ਤਾਂ ਉਹ ਮੈਨੂੰ ਦੇਣਾ ਕਰੋ। ਕਹਿਣ ਲੱਗੀ ਸਿੱਖ ਨਾਹਨ ਕਰੋ। ਤੇ ਚਾਚਾ ਫੱਗੋ ਸਿੱਖ ਕਹਿੰਦਾ ਮਹਾਰਾਜ ਜਦੋਂ ਮੈਂ ਸਿੱਖਣੀ ਨੂੰ ਕਿਹਾ ਤੇ ਉਹ ਕਹਿਣ ਲੱਗੀ ਵੀ ਸਿੱਖ ਮੇਰਾ ਪਤੀ ਘਰ ਦੇ ਵਿੱਚ ਨਹੀਂ ਹੈ, ਨਿਕਟ ਨਾ ਕੁਛ ਦੈਬੋ ਕਿਆ ਕਰੋ। ਇਸ ਕਰਕੇ ਹੇ ਫੱਗੋ ਸਿੱਖ ਚਾਚਾ, ਮੇਰੇ ਕੋਲ ਕੁਝ ਹੈ ਨਹੀਂ ਜਿਹੜਾ ਮੈਂ ਤੈਨੂੰ ਕੁਝ ਦੇਵਾਂ ਦਸਵੰਧ ਵਾਸਤੇ, ਕੋਈ ਗੁਰਾਈ ਵਾਸਤੇ। ਸੁਣ ਕੇ ਪੁਨ ਮੈਂ ਬੋਲਿਓ ਤਾਂ ਸੋ। ਤੇ ਸਿੱਖ ਚਾਚਾ ਫੱਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸ ਰਿਹਾ ਸਾਰੀ ਗੱਲ। ਕਹਿਣ ਲੱਗਾ ਮਹਾਰਾਜ ਜਦੋਂ ਉਹਨੇ ਕਿਹਾ ਨਾ ਵੀ ਹੈ ਨਹੀਂ ਕੁਝ, ਮੈਂ ਕੀ ਦਵਾਂ, ਤਾਂ ਸਤਿਗੁਰੂ ਮੈਂ ਦੁਬਾਰਾ ਉਸ ਦੇ ਤਾਈਂ ਕਹਿਣਾ ਕੀਤਾ, ਜੋ ਕਿਛ ਹੋਏ ਦੇਹੋ ਨਿਜ ਪਾਸੋਂ। ਕਹਿਣ ਲੱਗੇ ਵੀ ਹੇ ਭੈਣਾ ਬੀਬੀ, ਜੋ ਕੁਝ ਵੀ ਤੇਰੇ ਕੋਲ ਸਿੱਖਣੀ ਹੈ ਤੂੰ ਦੇ ਦੇ ਮੈਨੂੰ ਥੋੜਾ ਬਹੁਤ, ਕਿਉਂਕਿ ਮੈਂ ਹੁਣ ਦਸਵੰਧ ਸਾਰਾ ਗੁਰੂ ਸਾਹਿਬ ਦਾ ਇਕੱਠਾ ਕਰਕੇ ਤੇ ਫਿਰ ਮਹਾਰਾਜ ਨੂੰ ਭੇਜਣ ਦਾ ਯਤਨ ਕਰਾਂਗਾ। ਜੋ ਦੇਵਹਿ ਸੋ ਮੈਂ ਲੈ ਜਾਊਂ, ਕਿਉਂਕਿ ਮੈਂ ਕਿਹੜਾ ਕੁਝ ਮੂੰਹੋਂ ਮੰਗ ਕੇ ਕਹਿ ਰਿਹਾ ਵੀ ਇੰਨੇ ਪੈਸੇ ਜਾਂ ਇੰਨੀ ਵਸਤੂ ਚਾਹੀਦੀ, ਜੋ ਤੂੰ ਦਵੇਂਗੀ ਭਾਵਨਾ ਦੇ ਨਾਲ ਮੈਂ ਝੋਲੀ ਅੱਡ ਕੇ ਪਵਾ ਕੇ ਉਹੀ ਲੈ ਜਾਵਾਂਗਾ। ਸਤਿਗੁਰ ਪਾਸ ਦੇ ਪਹੁੰਚਾਊਂ, ਤੇ ਜੋ ਕੁਝ ਤੁਹਾਡੇ ਘਰ ਚੋਂ ਮੈਨੂੰ ਮਿਲੇਗਾ, ਫੱਗੋ ਸਿੱਖ ਕਹਿੰਦਾ ਮੈਂ ਕਿਹਾ ਮਹਾਰਾਜ ਉਹੀ ਮੈਂ ਸਤਿਗੁਰੂ ਸਾਹਿਬ ਜੀ ਦੇ ਕੋਲ ਪਹੁੰਚਾ ਦਾਂਗਾ, ਤੁਸੀਂ ਜੋ ਹਾਜ਼ਰ ਹੈ ਘਰ ਚੋਂ ਉਹੀ ਹਿੱਸਾ ਦੇ ਦਿਓ। ਨਿਰਧਨ ਸਿੱਖ ਗਰੀਬ ਕੋ ਧਾਮ, ਮਹਾਰਾਜ ਨਿਰਧਨ ਸੀ ਸਿੱਖ, ਗਰੀਬ ਵਿਚਾਰਾ, ਕੋਈ ਬਹੁਤੀ ਮਾਇਆ ਉਹਦੇ ਕੋਲ ਆਉਂਦੀ ਜਾਂਦੀ ਨਹੀਂ ਸੀ। ਕਾਲ ਨਿਭਾਹਤ ਕਰ ਪਰ ਕਾਮ, ਤੇ ਪਰਾਏ ਕੰਮ ਲੋਕਾਂ ਦੀਆਂ ਬੁੱਤੀਆਂ ਕਰ ਕਰਕੇ ਆਪਣਾ ਸਮਾਂ ਟਪਾਉਂਦੇ ਸਨ। ਭਾਈ ਸੋ ਕੋਪ ਸੁਨੇ ਬਚ ਮੇਰੇ, ਜਦੋਂ ਮਹਾਰਾਜ ਮੇਰੇ ਉਹਨੇ ਬਚਨ ਦੂਜੀ ਵਾਰ ਸੁਣੇ ਤਾਂ ਉਹ ਸਿੱਖਣੀ ਤਾਂ ਗੁੱਸੇ ਵਿੱਚ ਆ ਗਈ, ਬਹੁਤੀ ਲਾਲ ਪੀਲੀ ਜੀ ਹੋ ਕੇ ਕ੍ਰੋਧ ਵਿੱਚ ਕਹਿਣ ਲੱਗੀ, ਐਸੇ ਕਹਿਣ ਲੱਗੀ ਤਿਸ ਬੇਰੇ। ਉਸ ਸਮੇਂ ਮਹਾਰਾਜ ਜਦੋਂ ਮੈਂ ਕਿਹਾ ਵੀ ਜੋ ਵੀ ਘਰ ਵਿੱਚ ਕੁਝ ਹੈਗਾ ਇਹ ਉਹੀ ਦੇ ਦਿਓ, ਮੈਂ ਗੁਰੂ ਸਾਹਿਬ ਨੂੰ ਪਹੁੰਚਾ ਦਾਂਗਾ, ਤਾਂ ਉਹ ਗੁੱਸੇ ਵਿੱਚ ਆ ਕੇ ਮੈਨੂੰ ਏਦਾਂ ਬਚਨ ਕੀਤਾ। ਜੇਕਰ ਸ਼ੂਸ਼ਾ ਗਮਨਤ ਨਾਹੀ, ਕਹਿਣ ਲੱਗੀ ਉਹ ਚਾਚਾ ਫੱਗੋ ਸਿੱਖਾ, ਤੈਨੂੰ ਕਿਹਾ ਹੈ ਨਾ ਵੀ ਸਿੱਖ ਘਰ ਨਹੀਂ ਹੈਗਾ ਤੇ ਮੇਰੇ ਕੋਲ ਵੀ ਕੁਝ ਨਹੀਂ ਜੋ ਮੈਂ ਤੈਨੂੰ ਦਵਾਂ, ਪਰ ਜੇ ਤੂੰ ਖਾਲੀ ਨਹੀਂ ਨਾ ਜਾਣਾ ਚਾਹੁੰਦਾ ਵੀ ਕੁਝ ਨਾ ਕੁਝ ਮਿਲੇ ਮੈਨੂੰ। ਪੂਰਾ ਪਰਿਓ ਅਜਰ ਲੈ ਜਾਏ, ਕਹਿੰਦੀ ਵੇੜਾ ਹੁੰਦਿਆ ਸੀ ਸਵੇਰੇ ਉਹ ਕੂੜਾ ਪਿਆ ਹੈ, ਜੇ ਆਖੇ ਤਾਂ ਉਹ ਲਿਆ ਕੇ ਦੇ ਦਿਆਂ, ਹੁਣ ਹੋਰ ਤਾਂ ਮੇਰੇ ਕੋਲ ਕੁਝ ਨਹੀਂ ਹੈ। ਇਵੇਂ ਗੁੱਸੇ ਵਿੱਚ ਆ ਕਰਕੇ ਉਹ ਸਿੱਖਣੀ ਕਹਿਣ ਲੱਗੇ ਵੀ ਸਵੇਰੇ ਝਾੜੂ ਮਾਰਿਆ, ਵਿਹੜੇ ਦੇ ਵਿੱਚ ਕੂੜਾ ਪਿਆ, ਹਾਲਾਂ ਬਾਹਰ ਨਹੀਂ ਸੁੱਟ ਕੇ ਆਈ, ਜੇ ਆਖੇ ਤਾਂ ਉਹੀ ਦੇ ਦਿਆਂ, ਸਵੇਰੇ ਸਵੇਰੀ ਤੂੰ ਆ ਕੇ ਤੇ ਮੱਥਾ ਮਾਰਨ ਲੱਗ ਪਏ, ਸਿਰ ਖਾਈ ਜਾਣਾ ਏ। ਅਪਰ ਕਹਾਂ ਦੇਵਾਂ ਤੁਮ ਹਾਥ, ਕਿਉਂਕਿ ਹੋਰ ਤਾਂ ਮੇਰੇ ਕੋਲ ਕੁਝ ਹੈ ਨਹੀਂ ਜਿਹੜਾ ਮੈਂ ਤੇਰੇ ਹੱਥ ਤੇ ਰੱਖ ਦਿਆਂ ਵੀ ਆਹ ਲੈ ਜਾ ਤੇ ਗੁਰੂ ਸਾਹਿਬ ਦੇ ਘਰ ਜਾ ਕੇ ਭੇਟਾ ਕਰ ਦੇਵੀਂ। ਵਿਆਹੇ ਕਮਾਏ ਨਾ ਘਰ ਕੋ ਨਾਥ, ਦਵਾਂ ਕਿ ਮੇਰਾ ਪਤੀ ਜਿਹੜਾ ਤੁਹਾਡਾ ਸਿੱਖ ਆ ਉਹ ਕੁਝ ਲਿਆਉਂਦਾ ਕਮਾਉਂਦਾ ਹੀ ਨਹੀਂ, ਮੇਰੇ ਹੱਥ ਤੇ ਰੱਖੇ ਤਾਂ ਮੈਂ ਤੁਹਾਨੂੰ ਦਸਵੰਧ ਦੇਵਾਂ। ਮੈਂ ਸੁਨ ਬਿਨੈ ਕੀਨ ਤਬ ਇਹੋ, ਉਸ ਵੇਲੇ ਚਾਚਾ ਫੱਗੋ ਸਿੱਖ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਗੱਲ ਦੱਸ ਰਿਹਾ, ਕਹਿਣ ਲੱਗਾ ਫਿਰ ਮਹਾਰਾਜ ਜਦੋਂ ਉਹਨੇ ਗੁੱਸੇ 'ਚ ਆਖਿਆ ਨਾ ਵੀ ਕੂੜਾ ਹੀ ਉਹ ਲੈਣਾ ਹੈ ਤਾਂ ਦੱਸ, ਤਾਂ ਮੈਂ ਮਹਾਰਾਜ ਉਸ ਵੇਲੇ ਬੇਨਤੀ ਕੀਤੀ, ਹਿਰਦੇ ਭਾਵਨਾ ਸੋ ਤੁਮ ਦੇਹੋ, ਕਿ ਭੈਣਾ ਬੀਬੀ ਜੇ ਤੇਰੇ ਹਿਰਦੇ ਦੀ ਭਾਵਨਾ ਕੂੜਾ ਦੇਣ ਦੀ ਹੈ ਤਾਂ ਤੂੰ ਇਹੀ ਦੇ ਦੇ ਮੈਨੂੰ, ਮੈਂ ਇਹੀ ਲੈ ਜਾਵਾਂਗਾ। ਪਰ ਅੰਜਲ ਰਿਸ਼ਤੇ ਉਰ ਪੂਰਾ, ਤੇ ਉਸ ਵੇਲੇ ਮਹਾਰਾਜ ਜਿੰਨਾ ਵੀ ਘਰ ਦਾ ਕੂੜਾ ਕਰਕਟ ਜਿਹਾ ਉਹਨੇ ਇਕੱਠਾ ਕੀਤਾ ਸੀ ਬੁੱਕ ਭਰ ਭਰ ਕੇ, ਮਮ ਅੰਚਲ ਸੰਗ ਬੰਦਿਓ ਪੂਰਾ, ਮੈਂ ਉਹਨੇ ਲਿਆ
ਪਾ ਕੇ ਝੋਲੀ 'ਚ ਪਾਦਾ। ਮੈਂ ਝੋਲੀ ਅੱਡ ਕੇ ਤੇ ਫਿਰ ਪੱਲੇ ਨਾਲ ਬੰਨ ਲਿਆ। ਜੋ ਵੀ ਘਰ ਦਾ ਕੂੜਾ ਕਰਕਟ ਸਿੱਖਣੀ ਨੇ ਗੁੱਸੇ ਵਿੱਚ ਆ ਕੇ ਮੇਰੀ ਝੋਲੀ ਵਿੱਚ ਪਾਤਾ ਤੇ ਮਹਾਰਾਜ ਮੈਂ ਪੱਲੇ ਨਾਲ ਬੰਨ ਕੇ ਤੇ ਉਹ ਲੈ ਕੇ ਆਪਣੇ ਘਰੇ ਆ ਗਿਆ। ਸੋ ਮੈਂ ਤਿਸੇ ਰੀਤ ਲੈ ਆਇਓ। ਇਸ ਤਰ੍ਹਾਂ ਇਹ ਪਾਤਸ਼ਾਹ ਜੀ ਜਿਵੇਂ ਉਸ ਸਿੱਖਣੀ ਨੇ ਮੇਰੇ ਨਾਲ ਕੀਤਾ, ਮੈਂ ਉਸੇ ਤਰ੍ਹਾਂ ਹੀ ਕੂੜਾ ਜਿਹੜਾ ਸੀ ਉਹ ਆਪਣੇ ਘਰ ਵਿੱਚ ਲੈ ਆਇਆ। ਗ੍ਰਹਿ ਮੈਂ ਖੋਲਿਓ ਅਵਨ ਗਿਰਾਇਓ। ਆਪਣੇ ਘਰ ਦੇ ਵਿਹੜੇ ਜਾ ਕਰਕੇ ਉਹ ਪੱਲਾ ਖੋਲ ਕੇ ਦੇ ਵਿਚਕਾਰ ਵਿਹੜੇ ਦੇ ਉਹ ਕੂੜਾ ਜਿਹੜਾ ਸੀ ਸੁੱਟ ਦਿੱਤਾ। ਇਸ ਮੈਂ ਏਕ ਪਰੀ ਮੈਂ ਹੇਰੀ। ਤੇ ਜਦੋਂ ਉਹ ਕੂੜਾ ਛਾਣਿਆਂ ਦੇ ਵਿੱਚੋਂ ਮਹਾਰਾਜ ਬੇਰੀ ਦਾ ਇੱਕ ਬੇਰੀ ਦੀ ਗਿਟਕ ਉਹਦੇ ਵਿੱਚੋਂ ਮੈਂ ਵੇਖੀ ਵੀ ਕੂੜੇ ਦੇ ਵਿੱਚ ਕੁਝ ਹੈ ਕਿ ਸਿੱਖ ਨੇ ਜਾਂ ਸਿੱਖਣੀ ਨੇ ਬੇਰ ਖਾ ਕੇ ਤੇ ਗਿਟਕ ਜੋ ਸੁੱਟੀ ਹੋਈ ਸੀ ਉਹ ਮਹਾਰਾਜ ਮੇਰੇ ਹੱਥ ਲੱਗੀ। ਸੋ ਮੈਂ ਇਹਾਂ ਬੋਏ ਕਰ ਦੀਨ। ਤੇ ਉਹ ਉੱਥੇ ਫਿਰ ਮੈਂ ਘਰ ਦੇ ਵਿਹੜੇ ਜਿੱਥੇ ਕੂੜਾ ਖਿਲਾਰਿਆ ਸੀ, ਜਦੋਂ ਕੂੜਾ ਛਾਣਿਆਂ ਦੇ ਵਿੱਚੋਂ ਇੱਕ ਗਿਟਕ ਨਿਕਲੀ ਬੇਰੀ ਦੀ, ਉਹ ਮਹਾਰਾਜ ਮੈਂ ਟੋਆ ਪੁੱਟ ਕੇ ਦੇ ਘਰ ਦੇ ਵਿਹੜੇ ਦੇ ਵਿੱਚ ਹੀ ਲਾ ਦਿੱਤੀ ਗਿਟਕ। ਇਸ ਤੇ ਬਦਰੀ ਕੋ ਤਰ ਚੀਨਾ। ਤੇ ਉਸੇ ਤੋਂ ਆ ਜਿਹੜਾ ਸਾਹਮਣੇ ਮਹਾਰਾਜ ਵੇਖੋ ਸਿੱਖ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਆ ਮੇਰੇ ਘਰ ਦੇ ਵਿਹੜੇ 'ਚ ਮਹਾਰਾਜ ਆ ਵੱਡੀ ਸਾਰੀ ਬੇਰੀ ਦਾ ਜੋ ਰੁੱਖ ਵੇਖ ਰਹੇ ਹੋ ਨਾ, ਇਹ ਉਸੇ ਗਿਟਕ ਤੋਂ ਹੋਇਆ ਜੋ ਸਿੱਖ ਦੇ ਘਰੋਂ ਸਿੱਖਣੀ ਨੇ ਮੈਨੂੰ ਕੂੜਾ ਦਿੱਤਾ। ਉਹਦੇ ਵਿੱਚੋਂ ਗਿਟਕ ਕੱਢ ਕੇ ਤੇ ਮੈਂ ਘਰ ਦੇ ਵਿਹੜੇ ਵਿੱਚ ਲਿਆ ਕੇ ਬੀਜ ਦਿੱਤੀ। ਆ ਹੁਣ ਮਹਾਰਾਜ ਵੇਖੋ ਕਿੱਡਾ ਤਗੜਾ ਦਰਖਤ ਬਣਿਆ ਹੈ। ਤੁਮੇ ਅੰਤਰ ਜਾਮੀ ਸਭ ਜਾਨੀ। ਤੇ ਹੇ ਗਰੀਬ ਨਵਾਜ਼ ਸਤਿਗੁਰੂ ਜੀ ਤੁਸੀਂ ਅੰਦਰ ਦੀ ਜਾਣਨ ਵਾਲੇ ਸੋ। ਮੈਂ ਤਾਂ ਕਹਿਆ ਨਹੀਂ ਕਿਸੇ ਦੇ ਤਾਈ ਬਚਨ, ਪਰ ਤੁਸੀਂ ਫੇਰ ਵੀ ਸਾਰੀ ਗੱਲ ਜਾਣ ਲਈ। ਕਾਰ ਆਪ ਕੀ ਇਹ ਨਿਸ਼ਾਨੀ। ਤੇ ਮਹਾਰਾਜ ਮੈਨੂੰ ਪਹਿਲਾਂ ਨਹੀਂ ਸੀ ਸਮਝ ਆ ਰਹੀ ਜੋ ਤੁਸੀਂ ਕਹਿ ਰਹੇ ਨਾ ਸਾਡੀ ਹੋਰ ਵੀ ਕੋਈ ਭੇਟਾ ਜੇ ਕਿਸੇ ਨੇ ਦਿੱਤੀ ਉਹ ਵੀ ਲਿਆ, ਤਾਂ ਮਹਾਰਾਜ ਬਾਕੀ ਤਾਂ ਸਭ ਕੁਝ ਦੇ ਦਿੱਤਾ। ਹੁਣ ਤਾਂ ਆ ਜੋ ਬੇਰੀ ਆ ਨਾ ਮੇਰੇ ਵਿਹੜੇ ਵਿੱਚ ਉੱਗੀ ਹੋਈ, ਇਹ ਤੁਹਾਡੀ ਕਾਰ ਭੇਟਾ ਦੀ ਨਿਸ਼ਾਨੀ ਹੈ ਵੀ ਤੁਹਾਡੇ ਗਰੀਬ ਸਿੱਖਾਂ ਦੇ ਘਰ ਵਿੱਚੋਂ ਹੀ ਆਈ ਹੈ। ਬੀਜੈ ਸੋ ਸਿੱਖ ਕਰੋ ਸਹਾਏ। ਤੇ ਬਾਦਸ਼ਾਹ ਜੀ ਚਾਚਾ ਫੱਗੂ ਸਿੱਖ ਕਹਿਣ ਲੱਗਾ ਆਪ ਕਿਰਪਾ ਕਰਕੇ ਇਹ ਮਹਾਰਾਜ ਆ ਬੇਰੀ ਆ, ਬੇਰ ਤੋੜ ਕੇ ਲੈ ਆਇਆ। ਸਤਿਗੁਰਾਂ ਅੱਗੇ ਥਾਲ ਭਰ ਕੇ ਰੱਖਤਾ, ਕਹਿੰਦੇ ਲਓ ਮਹਾਰਾਜ ਛਕੋ। ਅਤੇ ਛਕ ਕੇ ਤੇ ਜਿਹੜੇ ਸਿੱਖ ਦੇ ਘਰੋਂ ਇਹ ਭੇਟ ਆਈ ਹੈ ਤੁਸੀਂ ਆਪਣੇ ਉਹਨਾਂ ਗਰੀਬ ਸਿੱਖਾਂ ਦੀ ਸਹਾਇਤਾ ਕਰੋ। ਕੈਸਾ ਸਿੱਖ ਦਾ ਵੇਖੋ ਜੀਵਨ ਹੈ ਵੀ ਉਹਨਾਂ ਨੇ ਕੂੜਾ ਪਾਇਆ, ਉਹ ਫਿਰ ਵੀ ਬੇਰੀ ਘਰ ਦੇ ਵਿੱਚ ਲਾ ਕੇ ਗਿਟਕ ਉਗਾ ਕੇ ਤੇ ਬੇਰ ਮਹਾਰਾਜ ਨੂੰ ਭੇਟਾ ਕਰਕੇ ਤੇ ਸਿੱਖ ਜਿਹੜਾ ਸੀ ਕੋਈ ਉਹਨਾਂ ਨੂੰ ਮਾੜਾ ਚੰਗਾ ਕਹਿਣ ਦੀ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦਾ ਪਾਤਸ਼ਾਹ ਜਿਨ੍ਹਾਂ ਸਿੱਖਾਂ ਦੇ ਘਰੋਂ ਇਹ ਕਾਰ ਭੇਟ ਆਈ ਆ ਗਿਟਕ ਤੋਂ ਬੇਰੀ ਦਾ ਦਰਖਤ ਬਣਿਆ, ਉਹਨਾਂ ਦੀ ਸਹਾਇਤਾ ਕਰੋ, ਉਹਨਾਂ ਦੀ ਗਰੀਬੀ ਦੂਰ ਕਰ ਦਿਓ। ਅੰਸ ਗੁਰੂ ਇਹੋ ਤਰ ਨਿਪਜਾਏ। ਬਾਦਸ਼ਾਹ ਜੀ ਇਹ ਤੁਹਾਡੀ ਅੰਸ ਹੈ, ਇਹ ਦਸਵੰਧ ਦੀ ਰਕਮ ਹੈ, ਆਪ ਜੀ ਦਾ ਹੀ ਰੁੱਖ ਹੈ ਜਿਹੜਾ ਮੇਰੇ ਘਰ ਦੇ ਵਿਹੜੇ ਵਿੱਚ ਪੈਦਾ ਹੋਇਆ ਹੈ ਤੁਹਾਡੀ ਕਿਰਪਾ ਨਾਲ। ਗੱਲ ਸਿੱਖਣ ਮੈਂ ਸੁਨਤ ਪ੍ਰਸੰਨੇ। ਬਹੁਤੇ ਸਿੱਖਾਂ ਵਿੱਚ ਬੈਠੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਸੀ, ਪਰ ਬਚਨ ਪ੍ਰਗਟ ਕਰਨ ਦੇ ਲਈ ਸੁਣਿਆ ਆਪ ਸਿੱਖ ਦੇ ਕੋਲੋਂ। ਮਹਾਰਾਜ ਵੀ ਬੜੇ ਖੁਸ਼ ਹੋਏ, ਗੁਰੂ ਕੇ ਸਿੱਖ ਵੀ ਬੜੇ ਖੁਸ਼ ਹੋਏ ਵੀ ਧੰਨ ਹੈ ਭਾਈ ਚਾਚਾ ਫੱਗੂ ਸਿੱਖ। ਕਹਿਓ ਗੁਰੂ ਸਿੱਖ ਤੂੰ ਧੰਨ ਧੰਨੇ। ਨਵੇਂ ਪਾਤਸ਼ਾਹ ਕਹਿਣ ਲੱਗੇ ਹੋਏ ਫੱਗੂ ਤੂੰ ਧੰਨ ਹੈ ਗੁਰੂ ਕਾ ਸਿੱਖ। ਗੁਰਮੁਖ ਪਰਸਵਾਰਥ ਕੋ ਕਰਤਾ। ਆ ਜਿਹੜੇ ਗੁਰਮੁਖ ਹੁੰਦੇ ਨੇ ਨਾ ਪਰਸਵਾਰਥ ਪਰਾਇਆਂ ਦਾ ਭਲਾ ਕਰਨ ਵਾਲਾ ਹੀ ਕੰਮ ਕਰਦੇ ਨੇ, ਦੂਸਰਿਆਂ ਦਾ ਭਲਾ ਲੋਚਦੇ ਹਨ। ਹਿਰਦੈ ਲੋਭ ਹੰਕਾਰ ਨ ਧਰਤਾ। ਵੇਖ ਤੂੰ ਗੁਰਮੁਖ ਹੈ ਸਿੱਖਾ, ਤੇਰੇ ਹਿਰਦੇ 'ਚ ਕੋਈ ਲੋਭ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਹੰਕਾਰ ਨਹੀਂ ਧਾਰਨ ਕੀਤਾ। ਗੁਰ ਕਾਰਜ ਕੋ ਕਰਤੇ ਆਰੰਭ। ਆ ਗੁਰੂ ਸਾਹਿਬ ਜੀ ਦਾ ਨਵਾਂ ਹੀ ਤੂੰ ਇਹ ਕਾਰਜ ਆਰੰਭ ਕੀਤਾ ਹੈ ਵੀ ਜੇ ਕੋਈ ਦੁਖੀ ਦੁਖਿਆਰਾ ਗਰੀਬ ਵੀ ਆ ਉਹਦਾ ਵੀ ਭਲਾ ਕਿਵੇਂ ਕਰਨਾ ਏ, ਉਹਦੇ ਵੀ ਕਿਵੇਂ ਗੁਰੂ ਸਾਹਿਬ ਜੀ ਦੇ ਚਰਨੀ ਲਾ ਕੇ ਪਰਿਵਾਰ ਨੂੰ ਨਿਹਾਲ ਕਰਨਾ ਸਿਖਾਏ। ਤੂੰ ਇੱਕ ਨਵਾਂ ਕਾਰਜ ਆਉਣ ਵਾਲੀ ਸੰਗਤ ਵਾਸਤੇ ਆਰੰਭ ਕੀਤਾ, ਆਉਣ ਵਾਲੇ ਸਿੱਖਾਂ ਨੂੰ ਪੂਰਨੇ ਪਾ ਕੇ ਦੱਸ ਦਿੱਤੇ ਹਨ। ਸਿੱਖੀ ਥੰਬਨ ਕੇ ਤੁਮ ਥੰਬ। ਜਿਹੜੀ ਸਿੱਖੀ ਹੈ ਨਾ ਸਾਰੇ ਜਹਾਨ ਦਾ ਥੰਬ ਹੈ, ਤੂੰ ਤਾਂ ਉਹਦਾ ਵੀ ਥੰਬ ਬਣ ਗਿਆ। ਭਾਵ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲਾ
ਬਹੁਤ ਵੱਡਾ ਗੁਰਸਿੱਖ ਬਣ ਗਿਆ, ਤੂੰ ਸਿੱਖੀ ਨੂੰ ਸੰਭਾਲਣ ਵਾਲਾ ਹੈ। ਭਵ ਸਾਗਰ ਤੇ ਉਤਰੈ ਪਾਰ। ਨਾਵੇਂ ਪਾਤਸ਼ਾਹ ਫੱਗੋ ਦੇ ਖੁਸ਼ ਹੋਏ, ਕਹਿਣ ਲੱਗੇ ਸਿੱਖਾ ਸੰਸਾਰ ਸਮੁੰਦਰ ਚੋਂ ਪਾਰ ਹੋ ਜਾਏਗਾ, ਮੁਕਤ ਹੋਵੇਗਾ ਤੂੰ। ਅਪਰ ਅਨੇਕਨ ਕਰੋ ਉਧਾਰ। ਹੋਰਾਂ ਦਾ ਵੀ ਉਧਾਰ ਕਰੇਗਾ, ਆਪ ਤਾਂ ਤਰੇਗਾ ਆਪਣੇ ਨਾਲ ਲੈ ਕੇ, ਕਈਆਂ ਨੂੰ ਤਾਰ ਲਵੇਂਗਾ। ਜਿਵੇਂ ਕਈ ਆਪ ਤਾਂ ਡੁੱਬਦੇ, ਹੋਰਾਂ ਨੂੰ ਵੀ ਡੁੱਬਦੇ ਨੇ, ਪਰ ਸਾਹਿਬ ਕਹਿੰਦੇ ਸਿੱਖਾ ਤੂੰ ਆਪ ਤਾਂ ਤਰੇਗਾ, ਨਿਹਾਲ ਹੋਵੇਂਗਾ, ਹੋਰ ਜਿਹੜੇ ਤੇਰੇ ਨਾਲ ਲੱਗਣਗੇ ਉਹ ਵੀ ਤਰ ਜਾਣਗੇ, ਨਿਹਾਲ ਹੋਣਗੇ। ਤੋ ਵਗਤ ਚਹਿਤ ਹੋਤੇ ਬਿਦਤਾਈ। ਇਸ ਪ੍ਰਕਾਰ ਦੇ ਨਾਲ ਸਾਹਿਬ ਕਹਿੰਦੇ ਵੀ ਇਹ ਗੱਲ ਤੂੰ ਗੁਪਤ ਰੱਖੀ ਸੀ, ਜੋ ਕੂੜਾ ਲੈ ਕੇ ਆਇਆ ਨਾ ਝੋਲੀ ਚ ਪਵਾ ਕੇ ਚੁੱਪ ਕਰਕੇ, ਇਹ ਕਹਿੰਦੇ ਵੀ ਤੂੰ ਗੁਪਤ ਰੱਖੀ ਸੀ ਗੱਲ। ਇਹ ਤੇਰੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦੇ ਸਾਂ ਸੰਗਤ ਦੇ ਵਿੱਚ ਵੀ ਸਿੱਖੀ ਆ ਹੁੰਦੀ ਹੈ ਵੀ ਜੇ ਕੋਈ ਇਹ ਨਰਾਦਰੀ ਵੀ ਕਰ ਦਵੇ ਤਾਂ ਉਹਦਾ ਵੀ ਮਾੜਾ ਨਾ ਕਰੇ, ਉਹਦਾ ਵੀ ਭਲਾ ਹੀ ਸੋਚੇ। ਸਿੱਖ ਇਦਾਂ ਹੀ ਕਰਦੇ ਜਿਵੇਂ ਭਾਈ ਫੱਗੋ ਨੇ ਕੀਤਾ। ਜੇ ਕੋਈ ਆਪਣੇ ਘਰੇ ਗਿਆ, ਆਪਾਂ ਗਰਾਈ ਲੈਣ ਜਾਈਏ ਤੇ ਕੂੜਾ ਸਾਡੀ ਝੋਲੀ ਪਾ ਦੇ ਤੇ ਸਾਧ ਸੰਗਤ ਕੱਪੜਿਓਂ ਨਾ ਬਾਹਰ ਹੋ ਜਾਈਏ ਤੇ ਉੱਥੇ ਲੜਾਈ ਨਾ ਹੋਵੇ। ਧੰਨ ਹੈ ਗੁਰੂ ਕਾ ਸਿੱਖ ਵੀ ਮਹਾਰਾਜ ਦਾ ਨਾਂ ਲੈ ਕੇ ਸਿਰ ਝੁਕਾ ਕੇ ਝੋਲੀ 'ਚ ਕੂੜਾ ਪਵਾ ਕੇ ਘਰੇ ਆ ਗਿਆ। ਫਿਰ ਕਿਸੇ ਦੇ ਤਾਂ ਹੀ ਗੱਲ ਨਹੀਂ ਕਹੀ, ਸੰਗਤ ਵਿੱਚ ਰੌਲਾ ਨਹੀਂ ਪਾਇਆ, ਇੱਥੋਂ ਤੀਕਰ ਗੁਰੂ ਸਾਹਿਬ ਨੂੰ ਵੀ ਬਿਨਾਂ ਪੁੱਛਿਆ ਦੱਸਿਆ ਨਹੀਂ। ਤੇ ਉਹਦੇ ਗਿਟਕ ਤੋਂ ਬੇਰੀ ਬਣਾ ਕੇ ਤੇ ਗੁਰੂ ਸਾਹਿਬ ਨੂੰ ਕਹਿੰਦਾ ਵੀ ਇਹ ਇਹਨਾਂ ਸਿੱਖਾਂ ਦਾ ਵੀ ਭਲਾ ਕਰੋ, ਇਹ ਸਿੱਖਾਂ ਦਾ ਜੀਵਨ ਹੈ। ਨਾਵੇਂ ਪਾਤਸ਼ਾਹ ਕਹਿੰਦੇ ਵੀ ਤੇਰੀ ਇਹ ਸਾਰੀ ਸਾਖੀ ਅਸੀਂ ਪ੍ਰਗਟ ਕਰਨਾ ਚਾਹੁੰਦੇ ਸੀ, ਸਾਨੂੰ ਤੇ ਪਤਾ ਸੀ ਸਿੱਖਾ, ਪਰ ਸਾਰੀ ਸੰਗਤ ਨੂੰ ਪਤਾ ਲੱਗੇ, ਅਸੀਂ ਇਹ ਚਾਹੁੰਦੇ ਸਾਂ। ਗੱਲ ਸਿੱਖਣ ਮੈਂ ਅਬਹਿ ਸੁਣਾਈ। ਹਾਂ, ਕਿਉਂਕਿ ਜਿਹੜੇ ਸਿੱਖ ਨੇ ਨਾ ਗੱਲ ਸਿੱਖਣ ਮੈਂ ਅਬਹਿ ਸੁਣਾਈ, ਜੋ ਤੂੰ ਬਹੁਤੇ ਸਿੱਖਾਂ ਜੋ ਉਹਨੇ ਸਾਖੀ ਸੁਣਾਈ ਹੈ, ਇਹ ਅਸੀਂ ਆਪ ਹੀ ਪ੍ਰਗਟ ਕਰਨੀ ਚਾਹੁੰਦੇ ਸੀ, ਤਾਈਓ ਤੇਰੇ ਮੂੰਹ ਕਹਾ ਕੇ ਸੁਣੀ ਹੈ। ਗੁਣ ਗਨ ਆਪਣੇ ਪਰ ਕੇ ਦੋਸ਼। ਕਿਉਂਕਿ ਤੂੰ ਧਨ ਹੈ ਤੇ ਸਿੱਖ ਉਹੀ ਧਨ ਹਨ। ਕਿਹੜੇ ਸਿੱਖ ਧਨ ਹਨ? ਗੁਣ ਗਨ ਆਪਣੇ, ਆਪਣੇ ਵਿੱਚ ਜਿੰਨੇ ਮਰਜੀ ਗੁਣ ਹੋਣ ਉਹਨਾਂ ਨੂੰ ਕਹਿੰਦੇ ਕਦੀ ਪ੍ਰਗਟ ਨਾ ਕਰੇ। ਅਤੇ ਪਰ ਕੇ ਦੋਸ਼, ਦੂਸਰੇ ਦੇ ਗੁਨਾਹ ਨਾ ਪ੍ਰਗਟ ਕਰੇ। ਤੂੰ ਇਹ ਸਿੱਖ ਦੇ ਘਰ ਵਾਲੀ ਵੱਲੋਂ ਕੀਤਾ ਹੋਇਆ ਕ੍ਰੋਧ ਵਿੱਚ ਜਿਹੜਾ ਕਾਰਾ ਹੈ ਇਹ ਪ੍ਰਗਟ ਨਹੀਂ ਕੀਤਾ। ਉਹਨਾਂ ਦੀ ਬਦਨਾਮੀ ਕਰਨ ਵਾਸਤੇ ਥਾਂ ਥਾਂ ਤੇ ਮੂੰਹ ਨਹੀਂ ਮਾਰਿਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਭਾਣੇ ਚ ਰਿਹਾ ਹੈ। ਤੂੰ ਧੰਨ ਹੈ, ਸਿੱਖ ਉਹ ਹੈ ਆਪਣੇ ਚ ਗੁਣ ਵੀ ਹੋਣ ਤਾਂ ਵੀ ਪ੍ਰਗਟ ਨਾ ਕਰੇ, ਦੂਸਰੇ ਦੇ ਦੋਸ਼ ਵੀ ਵੇਖ ਲੈ, ਗੁਨਾਹ ਵੀ ਵੇਖ ਲਵੇ ਤੇ ਉਹਨਾਂ ਨੂੰ ਥਾਂ ਥਾਂ ਤੇ ਕਹਿ ਕੇ ਐਵੇਂ ਗੰਦਗੀ ਨਾ ਖਾਂਦਾ ਫਿਰੇ ਜਿਵੇਂ ਸੂਰ ਖਾਂਦਾ ਏ। ਚਹਿਤ ਛੁਪਾਏ ਜੁਤ ਸੰਤੋਸ਼। ਹਾਂ, ਜੋ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਚਹਿਤ ਛੁਪਾਏ ਜੁਤ ਸੰਤੋਸ਼, ਸੰਤੋਖ ਦੇ ਸਹਿ ਸਿਖਾ ਆਪਣਾ ਗੁਣ ਵੀ ਪ੍ਰਗਟ ਨਹੀਂ ਕੀਤਾ ਤੇ ਇਹਨਾਂ ਸਿੱਖਾਂ ਦਾ ਔਗਣ ਵੀ ਪ੍ਰਗਟ ਨਹੀਂ ਕੀਤਾ, ਉਹਨੂੰ ਛੁਪਾਇਆ ਤੂੰ ਚਾਹਿਆ ਹੈ। ਗੁਰੂ ਨਾਨਕ ਸਾਹਿਬ ਦੀ ਰਜਾ ਵਿੱਚ ਰਿਹਾ ਏ। ਸਿੱਖ ਭਲੇ ਮਮ ਪਿਆਰੇ। ਤੇ ਜਿਹੜੇ ਸਿੱਖ ਏਦਾਂ ਕਰਦੇ ਨੇ, ਆਪਣੇ ਗੁਣਾਂ ਨੂੰ ਲੁਕਾ ਕੇ ਰੱਖਦੇ ਨੇ ਤੇ ਦੂਸਰੇ ਦੇ ਔਗਣਾਂ ਨੂੰ ਜਿਹੜਾ ਹੈ ਲੁਕਾਉਂਦੇ ਨੇ, ਆਪਣੇ ਔਗਣ ਪ੍ਰਗਟ ਕਰਦੇ ਹਨ, ਦੂਸਰਿਆਂ ਦੇ ਗੁਣ ਪ੍ਰਗਟ ਕਰਦੇ ਹਨ, ਉਹੀ ਮੇਰੇ ਪਿਆਰੇ ਸਿੱਖ ਨੇ। ਸਾਸ ਸਾਸ ਮੈਂ ਮੋਹੇ ਚਿਤਾਰੇ। ਹਾਂ, ਸਵਾਸ ਸਵਾਸ ਜਿਹੜੇ ਮਹਾਰਾਜ ਸਾਹਿਬ ਕਹਿੰਦੇ ਸਾਨੂੰ ਚੇਤੇ ਰੱਖਦੇ ਹਨ, ਅਸੀਂ ਵੀ ਉਹਨਾਂ ਨੂੰ ਸਵਾਸ ਸਵਾਸ ਫਿਰ ਆਪਣੇ ਲੜ ਲਾ ਕੇ ਰੱਖਦੇ ਹਾਂ। ਹੇ ਫੱਗੋ ਤੂੰ ਗੁਰਮੁਖ ਸਿੱਖ। ਇਸ ਕਰਕੇ ਨਾਵੇਂ ਪਾਤਸ਼ਾਹ ਕਹਿੰਦੇ ਹੇ ਭਾਈ ਫੱਗੋ ਤੂੰ ਬੜਾ ਹੀ ਗੁਰਮੁਖ ਸਿੱਖ ਹੈ ਗੁਰੂ ਨਾਨਕ ਦੇਵ ਸਾਹਿਬ ਦਾ। ਸੁਨਹਿ ਕਥਾ ਸਿੱਖ ਤੋਹੇ ਭਵਿੱਖ। ਭਵਿੱਖ ਵਿੱਚ ਆਉਣ ਵਾਲੇ ਸਮੇਂ 'ਚ ਸਿੱਖ ਤੇਰੀ ਕਥਾ ਕਿਹਾ ਸੁਣਿਆ ਕਰਨਗੇ ਵੀ ਇਹੋ ਜਿਹੀ ਵੀ ਸਿੱਖ ਹੋਏ ਜੇ ਸਿੱਖ ਬਣਨਾ ਤੇ ਚਾਚੇ ਫੱਗੋ ਦੀ ਸਾਖੀ ਸੁਣੋ, ਕਮਾਓ। ਵੀ ਕੋਈ ਨਰਾਦਰੀ ਵੀ ਕਰ ਦਵੇ ਤੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਆਪਣੇ ਗੁਣ ਨਹੀਂ ਕਿਸੇ ਨੂੰ ਵਿਖਾਉਂਦੇ ਵੀ ਮੈਂ ਬੜਾ ਗੁਣੀ ਗਿਆਨੀ ਹਾਂ। ਤਿੰਨ ਕੋ ਸਿੱਖੀ ਪ੍ਰਾਪਤ ਹੋਏ। ਤੇ ਬਾਦਸ਼ਾਹ ਕਹਿੰਦੇ ਤੇਰੀ ਸਾਖੀ ਨੂੰ ਜਿਹੜਾ ਕੋਈ ਸਿੱਖ ਕਹੇਗਾ, ਜਿਹੜਾ ਕੋਈ ਸੁਣੇਗਾ, ਹੇ ਭਾਈ ਫੱਗੋ ਉਹ ਕਥਾ ਤੇਰੀ ਸੁਣਨ ਵਾਲਿਆਂ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਾਪਤ ਹੋਵੇਗੀ, ਸਿੱਖੀ ਦੀ ਮਰਿਆਦਾ ਪਤਾ ਲੱਗੇਗੀ, ਸਿੱਖੀ ਦੀ ਸ਼ਰਧਾ ਪਤਾ ਲੱਗੇਗੀ। ਸਾਡਾ ਕੀ ਕੰਮ ਹੈ ਅੱਜ ਕੱਲ੍ਹ, ਸਮਾਂ ਇੰਨਾ ਨਹੀਂ ਅੱਜ ਸਾਡੇ ਕੋਲ। ਮਹਾਰਾਜ ਸਾਹਿਬ ਜੀ ਕਿਰਪਾ ਕਰਨਾ ਵੀ ਉਧਰ ਆਪਾਂ ਜਾਈਏ, ਕਿਉਂਕਿ ਹੋਰ 2 ਦਿਹਾੜੇ ਵੀ ਨੇ, ਪਰ ਫਿਰ ਵੀ ਸੰਖੇਪ ਮਾਤਰ ਬੇਨਤੀ ਹੈ ਵੀ ਅਸੀਂ ਅੱਜ ਕੱਲ੍ਹ ਬਸ ਕਹਿੰਦੇ ਆ ਵੀ ਕਿਸੇ ਦਾ ਮਾੜਾ ਜਿਹਾ ਸਾਨੂੰ ਕਿਣਕਾ ਪਤਾ ਲੱਗੇ, ਉਹ ਕਿਣਕੇ ਦਾ ਰਾਈ ਦਾ ਪਹਾੜ ਅਸੀਂ ਆਪੇ ਬਣਾ ਦਿਆਂਗੇ। ਕੋਈ ਮਾੜੀ ਜੀ ਕਿਸੇ ਦੀ ਗਲਤੀ ਲੱਭੇ ਰੌਲਾ ਅਸੀਂ ਆਪੇ ਹੀ ਪਾ ਦਿਆਂਗੇ। ਨੈੱਟ ਤੇ ਅੱਜ ਕੱਲ੍ਹ ਵੀਡੀਓ ਬਣਾ ਕੇ
ਕਿਹੋ ਜੀ ਗੱਲ ਹੈ ਵੀ ਸਿੱਖ ਅੱਜ ਆਪਣੀ ਜਿਹੜੀ ਬਦਨਾਮੀ ਆਪ ਕਰ ਰਹੇ ਨੇ। ਸਭ ਤੋਂ ਵੱਧ ਸਿੱਖ ਆਪਣਿਆਂ ਨੂੰ ਭੰਡ ਰਹੇ ਨੇ, ਇੱਕ ਦੂਸਰੇ ਨੂੰ ਭੰਡ ਰਹੇ ਨੇ। ਸਿੰਘ ਸਾਹਿਬ ਜੀ ਚੜ੍ਹਾਈ ਕਰ ਗਏ, ਸੁਖਜਿੰਦਰ ਸਿੰਘ ਜੀ ਉਹ ਭਜਨ ਦੱਸਣ ਕਹਿਣ, ਜਦੋਂ ਅਸੀਂ ਸ਼ਾਮ ਨੂੰ ਕਹਿੰਦੇ ਰਹਿ ਰਾਸ ਕਰਦੇ ਆ ਨਾ, ਤਾਂ ਕਹਿੰਦੇ ਵੀ ਜਿੱਥੇ ਸੰਗਤ ਰਹਿ ਰਾਸ ਦਾ ਪਾਠ ਸੁਣਨ ਵਾਸਤੇ ਬੈਠੀ ਹੁੰਦੀ ਆ, ਉੱਥੇ ਇਹੋ ਜਿਹੇ ਵੀ ਲੋਕ ਬੈਠੇ ਹੁੰਦੇ ਵੀ ਇਹ ਕੋਈ ਤੁਕ ਭੁੱਲੇ ਦੇ ਅਸੀਂ ਵੀਡੀਓ ਬਣਾ ਕੇ ਰੌਲਾ ਪਾਈਏ ਵੀ ਆਹ ਸਿੰਘ ਸਾਹਿਬ ਲਾਏ। ਕਹਿੰਦੇ ਵੀ ਸਾਨੂੰ ਬਹੁਤ ਪ੍ਰੈਸ਼ਰ ਹੁੰਦਾ, ਗੁਰੂ ਅੱਗੇ ਅਰਦਾਸ ਕਰੀ ਦੀ ਮਹਾਰਾਜ ਇੱਜ਼ਤ ਆਪ ਹੀ ਰੱਖਿਓ। ਇੱਦਾਂ ਸਿੱਖ ਐਸਾ ਕੁਝ ਨਾ ਕੁਝ ਲੱਭ ਰਹੇ ਨੇ ਵੀ ਕਿਸੇ ਦੀ ਕੋਈ ਕਮੀ ਲੱਭੇ। ਪੁਰਾਣੇ ਸਿੱਖ ਗੁਣ ਲੱਭਦੇ ਹੁੰਦੇ ਸਨ, ਕਿਤੇ ਕੋਈ ਗੁਣ ਲੱਭ ਜੇ ਤਾਂ ਸਾਡਾ ਭਲਾ ਹੋਵੇ। ਹੁਣ ਸਾਡੀ ਹਾਲਤ ਅਸੀਂ ਔਗਣ ਲੱਭਦੇ ਹਾਂ ਵੀ ਕਿਸੇ ਦਾ ਲੱਭੇ ਮੈਂ ਰੌਲਾ ਪਾਵਾਂ, ਬਦਨਾਮ ਕਰਾਂ ਤੇ ਫਿਰ ਨਿੰਦਾ ਹੋਵੇ ਇਸ ਦੀ। ਇਹੀ ਕੁਝ ਹੈ ਸਾਡੇ ਪੱਲੇ। ਡਿੱਗ ਤਾਂ ਸਹੀ, ਉੱਠਣ ਦੇ ਨੂੰ ਦੇਣਾ ਹੀ ਨਹੀਂ, ਕਿਉਂ ਤੇਰੀ ਧੌਣ ਦੇ ਉੱਤੋਂ ਗੋਡਾ ਮੈਂ ਰੱਖ ਦਾਂਗਾ। ਇਹ ਸਾਡੀ ਹਾਲਤ ਹੈ। ਡਿੱਗੇ ਨੂੰ ਫੜਨਾ ਸਿੱਖੀ ਹੈ, ਪਰ ਸਾਡੇ ਵਿੱਚ ਇਹ ਅੱਜ ਕੱਲ੍ਹ ਔਗਣ ਆ ਗਿਆ। ਕੋਈ ਡਿੱਗਾ ਹੋਵੇ ਕਹਿੰਦੇ ਦਵਾ ਦਾ ਨੱਪ ਲਓ ਇਹਨੂੰ, ਕਿਉਂ ਇਹ ਉੱਠ ਕੇ ਖੜਾ ਨਾ ਹੋ ਜਾਏ। ਸਤਿਗੁਰੂ ਕਿਰਪਾ ਕਰਨ, ਨਵੇਂ ਪਾਤਸ਼ਾਹ ਸਾਨੂੰ ਅਕਲ ਆਵੇ। ਇਹ ਚਾਚੇ ਫੱਗੂ ਦੀ ਸਾਖੀ, ਇਹ ਗੁਰਸਿੱਖ ਦੀ ਜੀਵਨੀ ਨਵੇਂ ਪਾਤਸ਼ਾਹ ਨੇ ਕਥਾ 'ਚ ਤਾਂ ਹੀ ਕਹਾਈ ਹੈ ਵੀ ਸਿੱਖ ਐਸਾ ਹੋਵੇ ਵੀ ਕਿਸੇ ਸਿੱਖ ਦਾ ਮਾੜਾ ਵੇਖ ਕੇ ਵੀ ਉਹਦਾ ਪਰਦਾ ਹੀ ਢੱਕ ਲਵੇ, ਰੌਲਾ ਹੀ ਨਾ ਪਾਵੇ, ਸਿੱਖੀ ਦੀ ਬਦਨਾਮੀ ਦਾ ਵਜਨ ਨਾ ਕਰੇ ਕਦੇ ਵੀ। ਉੱਥੇ ਗੁਰੂ ਨਾਨਕ ਸਾਹਿਬ ਖੁਸ਼ ਹੋਣਗੇ। ਮਤਾ ਕਿਤੇ ਐਵੇਂ ਝੱਗੇ ਨਾ ਚੁੱਕਦੇ ਰਿਹਾ ਕਰੋ, ਸਿੱਖੀ ਦੀ ਬਦਨਾਮੀ ਨਾ ਕਰੋ। ਪਾਰਟੀਆਂ ਬਾਜ਼ੀਆਂ 'ਚ ਲੱਗ ਕੇ, ਧੜੇ ਬੰਦੀਆਂ 'ਚ ਲੱਗ ਕੇ ਹੋਊਗਾ ਕਿਸੇ ਨਾਲ ਧੜੇ ਨਾਲ ਸਾਡਾ ਕੋਈ ਇੱਟ ਖੜਕਾ, ਕੋਈ ਕਮੇਟੀਆਂ ਦੇ ਨਾਲ ਹੋਏਗਾ, ਕੋਈ ਸੰਸਥਾਵਾਂ ਨਾਲ। ਹਰ ਇੱਕ ਬੰਦਾ ਜੁੜਿਆ ਪਾਰਟੀਆਂ ਨਾਲ, ਆਪਣੇ ਲਾਲਚ ਬਸ ਜੁੜੇ ਰਹੋ, ਪਰ ਆਪਣੇ ਸਵਾਰਥ ਨੂੰ ਸਿੱਧ ਕਰਨ ਲਈ ਕਦੀ ਵੀ ਗੁਰੂ ਘਰ ਦੀ ਤੇ ਸਿੱਖੀ ਦੀ ਬਦਨਾਮੀ ਨਾ ਕਰੋ। ਜੁੜੇ ਜਿੱਥੇ ਮਰਜ਼ੀ ਰਹੋ, ਕਿਹੜੀ ਮਰਜ਼ੀ ਪਾਰਟੀ ਨੂੰ ਪਾਓ ਵੋਟਾਂ, ਪਰ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਕੇ ਰਹੋ। ਕਦੀ ਵੀ ਗੁਰੂ ਘਰ ਦੀ ਬਦਨਾਮੀ ਦਾ ਵਚਨ ਨਾ ਕਰਿਓ, ਸਿੱਖੀ ਦੀ ਬਦਨਾਮੀ ਦਾ ਵਚਨ ਨਾ ਕਰਿਓ। ਇਹੀ ਸਿੱਖੀ ਹੈ। ਆਪਣੇ ਗੁਣ ਨਹੀਂ ਕਿਸੇ ਨੂੰ ਕਹਿਣੇ, ਰੌਲਾ ਪਾ ਪਾ ਕੇ ਵੀ ਮੇਰੇ 'ਚ ਗੁਣ ਨੇ, ਤੇ ਕਿਸੇ ਦੇ ਔਗਣ ਨਹੀਂ ਕਹਿਣੇ। ਉਹਨੂੰ ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਉਹ ਗੁਰਮੁਖ ਸਿੱਖ ਜਿਹੜਾ ਐਸੇ ਜੀਵਨ ਵਾਲਾ ਹੈ। ਚਾਚੇ ਫੱਗੋ ਨੂੰ ਕਹਿੰਦੇ ਤੂੰ ਧੰਨ ਹੈ, ਧੰਨ ਹੈ, ਤੇਰੀ ਸਾਖੀ ਸੁਣ ਕੇ ਆਉਣ ਵਾਲੇ ਸਿੱਖਾਂ ਨੂੰ ਸਿੱਖੀ ਦੀ ਦਾਤ ਮਿਲੇਗੀ। ਕਾਮ ਕ੍ਰੋਧ ਹੰਕਾਰ ਨਾ ਕੋਏ, ਤੇਰੇ 'ਚ ਕੋਈ ਕਾਮ ਨਹੀਂ ਹੈ, ਕ੍ਰੋਧ ਨਹੀਂ ਹੈ, ਹੰਕਾਰ ਨਹੀਂ ਹੈ, ਕਿਸੇ ਤਰ੍ਹਾਂ ਦਾ ਉਗਣ ਨਹੀਂ ਹੈ। ਸੁਣ ਕਰ ਸੰਗਤ ਬਾਖ ਬਿਲਾਸ, ਸੰਗਤਾਂ ਨੇ ਭਜਨ ਬਿਲਾਸ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਚੇ ਫੱਗੋ ਦੇ ਸੁਣੇ। ਮਹਿਮਾ ਜਾਣੀ ਆਨੰਦ ਪ੍ਰਕਾਸ਼, ਮਹਿਮਾ ਜਾਣੀ ਵੀ ਇਹਦੇ ਬੜਾ ਹੀ ਵੱਡਾ ਸਿੱਖ ਹੈ। ਵੀ ਵੇਖੋ ਸਾਡੇ ਕੋਲ ਰਹਿੰਦਾ, ਸਾਨੂੰ ਨਹੀਂ ਕਦੀ ਦੱਸਿਆ ਇਹਨੇ। ਉਹ ਸ਼ਹਿਰ ਦੇ ਹੁਣ ਬਜ਼ੁਰਗ ਆਪਸ ਵਿੱਚ ਸਿੱਖ ਗੱਲਾਂ ਕਰਦੇ ਵੀ ਕਦੇ ਸਾਨੂੰ ਵੀ ਨਹੀਂ ਕਿਹਾ ਵੀ ਇੱਦਾਂ ਕੀਤਾ ਫਲਾਣੇ ਸਿੱਖ ਦੀ ਘਰ ਵਾਲੀ ਨੇ, ਵੀ ਮੇਰੀ ਝੋਲੀ 'ਚ ਕੂੜਾ ਪਾਇਆ, ਗੱਲ ਹੀ ਨਹੀਂ ਪ੍ਰਗਟ ਕੀਤੀ। ਐਸਾ ਇਹ ਧੀਰਜ ਧਾਰੀ ਸਿੱਖ ਹੈ। ਇਹ ਸੁਣ ਕਰਕੇ ਬਹੁਤ ਆਨੰਦ, ਬਹੁਤ ਖੁਸ਼ੀ ਹੋਈ ਸਾਰਿਆਂ ਅੰਦਰ। ਹੱਥ ਜੋੜ ਪੁਨ ਅਰਜ ਗੁਜਾਰੀ, ਫਿਰ ਮਹਾਰਾਜ ਸਾਹਿਬ ਦੇ ਨਾਲ ਕੁਝ ਭਜਨ ਬਿਲਾਸ ਹੋਏ ਤਾਂ ਹੱਥ ਜੋੜ ਕੇ ਨਾਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ। ਗੁਰੂ ਭਾਵਨੀ ਪ੍ਰਭੂ ਹਮਾਰੇ, ਇਹ ਮਹਾਰਾਜ ਸਾਹਿਬ ਜੀ ਸਾਡੀ ਇੱਕ ਹੋਰ ਭਾਵਨਾ ਹੈ, ਆਪ ਜੀ ਕਿਰਪਾ ਕਰਕੇ ਪੂਰੀ ਕਰ ਦਿਓ। ਗਲ ਸਿੱਖਨ ਮਿਲ ਕਰ ਅਨੁਰਾਗ, ਉਹ ਭਾਵਨਾ ਕੀ ਹੈ ਵੀ ਜਿੰਨੇ ਵੀ ਅਸੀਂ ਇਸ ਇਲਾਕੇ ਦੇ ਸਿੱਖਾਂ ਸਾਰਿਆਂ ਨੇ ਪ੍ਰੇਮ ਦੇ ਵਿੱਚ ਆ ਕੇ ਤੇ ਇਕੱਠੇ ਹੋ ਕੇ ਤੁਮ ਹਿਤ ਵਹਿਰ ਲਗਾਏ ਬਾਗ, ਤੁਹਾਡੇ ਵਾਸਤੇ ਮਹਾਰਾਜ ਬਾਹਰ ਬਾਗ ਲਾਇਆ ਹੈ। ਇਸ ਤਰ੍ਹਾਂ ਇਹ ਇਥੋਂ ਸਾਖੀ ਦਾ ਇੱਕ ਹਿੱਸਾ ਇੱਥੇ ਸਮਾਪਤ ਹੋਇਆ ਵੀ ਚਾਚੇ ਫੱਗੂ ਕੋਲੋਂ ਮੰਗ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਭੇਟਾ ਲਿਆ ਜਿਹੜੀ ਸੰਗਤ ਨੇ ਸਾਡੇ ਲਈ ਤੈਨੂੰ ਦਿੱਤੀ ਹੈ। ਸਾਰੇ ਪੈਸੇ ਅਰਪਣ ਕਰਨ ਤੋਂ ਬਾਅਦ ਵੀ ਜਦੋਂ ਉਹਨੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਹੋਰ ਵੀ ਜੋ ਕੁਝ ਹੈ ਲਿਆ, ਤੇ ਸੋਚਿਆ ਵੀ ਹੋਰ ਤਾਂ ਕੁਝ ਨਹੀਂ ਹੈ। ਫਿਰ ਉਹ ਸਾਰੀ ਗੱਲ ਚੇਤਾ ਆਈ ਵੀ ਇਸ ਤਰ੍ਹਾਂ ਇੱਕ ਪਰਿਵਾਰ ਨੇ ਮੈਨੂੰ ਜੋ ਗਟਕ ਦਿੱਤੀ ਸੀ, ਉਹਦਾ ਫਿਰ ਮੈਂ ਕੂੜੇ ਦਾ ਇੱਥੇ ਲਿਆ ਕੇ ਗਟਕ ਦਾ ਕੂੜੇ ਚੋਂ ਕੱਢ ਕੇ ਬੇਰੀ ਦਾ ਦਰਖਤ ਲਾਇਆ, ਉਹ ਮਹਾਰਾਜ ਨੂੰ ਹਾਜ਼ਰ ਕੀਤਾ, ਸਾਖੀ ਸੁਣਾਈ। ਇਹ ਥੋੜੇ ਫਰਕ ਨਾਲ ਵੀ ਸਾਖੀ ਆਉਂਦੀ ਹੈ, ਇੱਥੇ ਸਿੱਖਣੀ ਦੀ ਗੱਲ ਕਹੀ ਹੈ। ਉਂਝ ਇਤਿਹਾਸ ਦੇ ਵਿੱਚ ਇੱਦਾਂ ਵੀ ਆਉਂਦਾ, ਬਾਕੀ ਤਾਂ ਸਾਰਾ ਉਵੇਂ ਹੀ ਹੈ ਪ੍ਰਸੰਗ। ਉਹ ਇੱਕ ਸ਼ਾਹੂਕਾਰ ਦੇ ਘਰ ਦੀ ਗੱਲ ਕੀਤੀ ਵੀ ਸ਼ਾਹੂਕਾਰ ਦੇ ਘਰ ਗਏ ਸੀ ਗਰਾਈ ਕਰਨ, ਤੇ ਜਿਹੜੀ ਸ਼ਾਹੂਕਾਰਨੀ ਅੱਕੀ ਸੜੀ ਸੀ ਕਿਸੇ ਗੱਲੋਂ, ਉਹਨੇ ਹੋਰ ਤਾਂ ਕੁਝ ਲੱਭਾ ਨਾ ਘਰ ਦੇ ਵਿੱਚੋਂ। ਉਹਨੇ ਗੁੱਸੇ ਜਾਈ ਨੇ ਕੂੜੇ ਦਾ ਜਿਹੜਾ ਜੋ ਵੀ ਉੱਥੇ ਕੋਈ ਹੋਊਗਾ ਭਾਂਡਾ ਭਰਿਆ, ਉਹ ਸਿੱਖ ਦੀ ਝੋਲੀ 'ਚ ਪਾਤਾ ਤੇ ਉਹਨੇ ਸਿਰ ਝੁਕਾ ਕੇ ਪਵਾ ਕੇ ਘਰੇ ਆ ਗਿਆ ਸੀ।
ਤੇ ਜਦੋਂ ਇਹ ਗੱਲ ਸੰਗਤ ਵਿੱਚ ਪਤਾ ਲੱਗੀ, ਬੇਰੀ ਦੇ ਜਿਹੜੇ ਫਲ ਸਨ ਉਹ ਉਸ ਪਰਿਵਾਰ ਵੱਲੋਂ ਅਰਦਾਸ ਕਰਾਈ ਇਸ ਸਿੱਖ ਨੇ, ਚਾਚੇ ਫੱਗੋ ਨੇ, ਵੀ ਮਹਾਰਾਜ ਆ ਫਲਾਣੇ ਪਰਿਵਾਰ ਵੱਲੋਂ ਆਪ ਜੀ ਨੂੰ ਬੇਰ ਆਏ ਨੇ। ਤਾਂ ਸਾਹਿਬਾਂ ਕਿਹਾ ਸੀ ਸਾਰੀ ਸਾਖੀ ਦੱਸ ਵੀ ਕਿਵੇਂ ਬੇਰ ਆਏ ਨੇ। ਫਿਰ ਇਹ ਜਦੋਂ ਸਾਖੀ ਦੱਸੀ ਤਾਂ ਉੱਥੇ ਸੰਗਤ ਵਿੱਚ ਹੀ ਉਹ ਪਰਿਵਾਰ ਬੈਠਾ ਸੀ। ਨਵੇਂ ਪਾਤਸ਼ਾਹ ਦੇ ਚਰਨੀ ਢਹਿ ਪਿਆ, ਧੰਨ ਹੋ ਮਹਾਰਾਜ ਤੁਸੀਂ, ਤੇ ਧੰਨ ਨੇ ਤੁਹਾਡੇ ਸਿੱਖ। ਨਾਲੇ ਗਲਤੀ ਦੀ ਮਾਫੀ ਮੰਗੀ, ਨਾਲੇ ਮਹਾਰਾਜ ਸਾਹਿਬ ਦੇ ਪੱਕੇ ਸਿੱਖ ਬਣੇ ਸਨ। ਇਸ ਤਰ੍ਹਾਂ ਥੋੜਾ ਜਿਹਾ ਬਸ ਫਰਕ ਆਉਂਦਾ, ਬਾਕੀ ਉਹੀ ਹੈ। ਸਿੱਖ ਨੇ ਭਾਵਨਾ ਉਹੀ ਵਿਖਾਈ ਵੀ ਕੋਈ ਮਾੜਾ ਬੋਲ ਨਹੀਂ ਕਿਹਾ, ਕੂੜਾ ਝੋਲੀ 'ਚ ਪਵਾ ਲਿਆ। ਇਹ ਸਾਧ ਸੰਗਤ ਜੀ ਲੜੀਵਾਰ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਜਿਵੇਂ ਬਾਹਰ ਬਾਗ ਵਿੱਚ ਮਹਾਰਾਜ ਚਰਨ ਪਾ ਕੇ ਤੇ ਸੰਗਤ ਨੂੰ ਨਿਹਾਲ ਕਰਨਗੇ, ਉਹ ਸਾਖੀ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਕਿਉਂਕਿ ਜੋ 20 ਮਿੰਟ ਦਾ ਸਮਾਂ ਬਚਿਆ ਹੈ, ਅੱਜ ਦੇ ਜੋ ਪਾਵਨ ਪਵਿੱਤਰ ਦਿਹਾੜਾ ਬੰਦੀ ਛੋੜ ਦਿਵਸ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੜ ਜੋਧਾ ਪਰਉਪਕਾਰੀ। ਮਹਾਨ ਸੂਰਮੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬੈਠੇ। ਜਦੋਂ 5ਵੇਂ ਸਤਿਗੁਰਾਂ ਦੀ ਸ਼ਹੀਦੀ ਹੋਈ, ਸ਼ਸਤਰ ਤਾਂ ਭਾਵੇਂ ਗੁਰੂ ਨਾਨਕ ਸਾਹਿਬ ਵੀ ਰੱਖਦੇ ਸਨ, ਪਹਿਲੇ ਗੁਰਾਂ ਦੇ ਕੋਲ ਵੀ ਸਨ, ਪਰ 6ਵੇਂ ਸਰੂਪ ਦੇ ਵਿੱਚ ਪੱਕੇ ਹੀ ਮਹਾਰਾਜ ਨੇ ਅੰਗ ਨਾਲ ਹੀ ਧਾਰਨ ਕਰ ਲਏ ਵੀ ਇਹ ਹੁਣ ਸਾਡੇ ਸਰੀਰ ਦਾ ਹਿੱਸਾ ਹੀ ਬਣ ਗਏ। ਮੀਰੀ ਦੇ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ, ਅਕਾਲ ਦਾ ਤਖਤ ਬਣਾ ਕੇ ਉਹਦੇ ਉੱਤੇ ਮਹਾਰਾਜ ਹਰਿਮੰਦਰ ਸਾਹਿਬ ਦੇ ਸਾਹਮਣੇ ਸੱਜ ਗਏ। ਢਾਡੀ ਵਾਰਾਂ ਗਾਉਣ ਲੱਗ ਪਏ। ਐਸੀਆਂ ਗਾਉਂਦੇ ਮੁਰਦੇ ਸੁਣ ਕੇ ਵੀ ਜਿਹੜੇ ਕਾਇਰ ਕਮਜ਼ੋਰ ਨੇ ਉਹਨਾਂ ਦੇ ਅੰਦਰ ਵੀ ਜਾਨ ਪੈ ਜਾਂਦੀ ਹੈ। ਨਿੱਤ ਦੀ ਪੜੀ ਜਾਣ ਵਾਲੀ ਆਸਾ ਦੀ ਵਾਰ ਦੇ ਵਿੱਚ ਟੁੰਡੇ ਅਸਰਾਜੇ ਦੀ ਧੁਨੀ ਸ਼ਾਮਲ ਕਰਾਤੀ ਵੀ ਨਿੱਤ ਆਸਾ ਦੀ ਵਾਰ ਦੇ ਨਾਲ ਇਹਨਾਂ ਦੋਵਾਂ ਸੂਰਮਿਆਂ ਦੀ ਧੁਨ ਦੇ ਨਾਲ ਕੀਰਤਨ ਕਰੋ, ਤਾਂ ਕਿ ਸੁਣ ਕੇ ਕਾਇਰਾਂ 'ਚ ਵੀ ਮਰਦ ਪੁਣਾ ਸੂਰਮਾ ਪੁਣਾ ਪੈਦਾ ਹੋਵੇ। ਐਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿੱਤ ਦਾ ਨਿਯਮ ਬੰਨਤਾ। ਸੰਗਤ ਨੂੰ ਕਹਿਤਾ ਸਾਡੀ ਖੁਸ਼ੀ ਸਭ ਤੋਂ ਜ਼ਿਆਦਾ ਉੱਥੇ ਹੋਊ ਜਿਹੜਾ ਚੰਗਾ ਘੋੜਾ ਤੇ ਚੰਗਾ ਸ਼ਸਤਰ ਲਿਆ ਕੇ ਹਾਜ਼ਰ